ਅਮਰੀਕਾ ਵਰਗੀਆਂ ਜਿਹੜੀਆਂ ਸਟੇਟਸ ਨੇ, ਉੱਥੇ ਲੋਕ ਬੜਾ ਜਦੋਂ ਪੰਜਾਬ 'ਚ ਜਾਂ ਸਾਡੇ ਭਾਰਤ 'ਚ ਕਿਤੇ ਵੀ ਇਹੋ ਜਿਹੀ ਕੋਈ ਬੇਅਦਬੀ ਹੁੰਦੀ ਹੈ ਬਹੁਤ ਬੋਲਦੇ ਆ, ਗਾਲਾਂ ਵੀ ਗੰਦੀਆਂ ਕੱਢਦੇ ਆ, ਸਭ ਕੁਝ ਦੱਸਦੇ ਕਿ ਤੁਸੀਂ ਕੋਈ ਕੀਤਾ ਨਹੀਂ, ਤੁਹਾਡੇ ਕੋਲ ਕੁਝ ਹੋਇਆ ਨਹੀਂ, ਪੰਜਾਬ 'ਚ ਕਿਉਂ ਬੇਅਦਬੀ ਹੋਈ। ਅੱਜ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜਿੱਥੇ ਤੁਸੀਂ ਬੈਠੇ ਜੇ ਉੱਥੇ ਇਹੋ ਜਿਹੀ ਬੇਅਦਬੀ ਹੋ ਰਹੀ ਹੈ। ਗੁਰੂ ਸਾਹਿਬ ਦੀ ਗੁਰਬਾਣੀ, ਸੁਖਮਨੀ ਸਾਹਿਬ, ਜਿਨ੍ਹਾਂ ਨੂੰ ਅਸੀਂ ਘਰ ਪਾਠ ਕਰਕੇ ਤੇ ਸੁੱਖ ਮੰਗਦੇ ਹਾਂ। ਅਸੀਂ ਕਹਿੰਦੇ ਹਾਂ ਜੇ ਸੁਖਮਨੀ ਸਾਹਿਬ ਦਿਨ 'ਚ ਇੱਕ ਵਾਰੀ ਕਰ ਲਈਏ ਤੇ ਦੁੱਖ ਤੁਹਾਡੇ ਨੇੜੇ ਨਹੀਂ ਆਉਂਦਾ, ਪਰ ਉਹਨੇ ਉਹ ਤੁਕਾਂ ਨੂੰ ਆਪਣੇ ਸਰੀਰ ਦੇ ਉੱਤੇ ਦਰਸਾਇਆ, ਔਰ ਦਰਸਾਉਣ ਦਾ ਤਰੀਕਾ ਵੇਖ ਲਓ, ਨੰਗੇਜ਼ ਕਿੱਦਾਂ ਆਪਣੇ ਆਪ ਨੂੰ ਸ਼ੋਅ ਕੀਤਾ। ਜਿਹੜੇ ਸਾਡੇ ਵੀਰ ਬਾਹਰ ਬੈਠੇ ਨੇ, ਜਿਹੜੇ ਪੰਜਾਬ ਦੇ ਵਿੱਚ ਕੋਈ ਬੇਅਦਬੀ ਦੀ ਗੱਲ ਹੁੰਦੀ ਹੈ, ਚਿੰਗਾਰੀ ਉੱਠਦੀ ਹੈ, ਉਹਦੇ ਉੱਤੇ ਇੰਨਾ ਬੋਲਦੇ ਨੇ, ਇੰਨਾ ਜ਼ਿਆਦਾ ਬੋਲਦੇ ਨੇ। ਚਲੋ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਮੰਨਦੇ ਹਾਂ ਕਿ ਉਹਨਾਂ ਨੂੰ ਠੇਸ ਪਹੁੰਚਦੀ ਹੈ, ਉਹ ਹਰ ਤਰ੍ਹਾਂ ਦੀ ਸਪੋਰਟ ਕਰਨ ਦੀ ਗੱਲ ਕਰਦੇ ਆ, ਕਈ ਵਾਰੀ ਉਹਨਾਂ ਦੀਆਂ ਗੱਲਾਂ ਨਾਲ ਮਾਹੌਲ ਵੀ ਖਰਾਬ ਹੁੰਦਾ। ਪਰ ਮੈਂ ਦੱਸਣਾ ਚਾਹੁੰਦਾ ਕਿ ਕੀ ਤੁਹਾਨੂੰ ਇਹ ਨਜ਼ਰ ਨਹੀਂ ਆਇਆ ਕਿ ਬਾਹਰ ਕੀ ਲਾਅ, ਮੇਰੇ ਦੋਸਤ ਕੁਝ ਪ੍ਰੈਕਟਿਸ ਕਰਦੇ ਨੇ ਅਮਰੀਕਾ ਕੈਨੇਡਾ ਦੇ ਵਿੱਚ, ਔਰ ਉਹ ਮੈਨੂੰ ਦੱਸਦੇ ਨੇ ਕਿ ਉੱਥੇ ਦੋ ਚੀਜ਼ਾਂ ਉਹ ਪੁੱਛਦੇ। ਪਹਿਲੀ ਗੱਲ ਕੀ ਹੈ, ਤੁਸੀਂ ਕੀਤਾ? ਜੇ ਤੁਸੀਂ ਕਹਿੰਦੇ ਹੋ ਤੁਸੀਂ ਨਹੀਂ ਕੀਤਾ, ਫਿਰ ਟਰਾਇਲ ਚੱਲਦਾ, ਕੇਸ ਚੱਲਦਾ ਜਿਹਨੂੰ ਅਸੀਂ ਕਹਿੰਦੇ ਹਾਂ। ਜੇ ਕੇਸ ਦੇ ਵਿੱਚ ਤੁਸੀਂ ਦੋਸ਼ੀ ਪਾਏ ਜਾਂਦੇ ਹੋ ਤੇ ਫਿਰ ਉਹ ਸਜ਼ਾ ਹੁੰਦੀ 200 ਸਾਲ। ਜੇ ਤੁਸੀਂ ਮੰਨ ਲੈਂਦੇ ਹੋ ਪਹਿਲੀ ਸੱਟੇ ਕਿ ਹਾਂਜੀ ਮੇਰੇ ਕੋਲ ਗਲਤੀ ਹੋ ਗਈ, ਇਨਸਾਨ ਨਾਲ ਗਲਤੀ ਹੋ ਸਕਦੀ ਹੈ, ਫਿਰ ਤੁਹਾਨੂੰ ਲੀਨੀਅਰਡ ਵਿਊ ਲੈਂਦੇ ਆ, ਪਰ ਫਿਰ ਵੀ ਉਹਨਾਂ ਦਾ ਟਰਾਇਲ ਮੁੱਕਦਾ 1 ਹਫ਼ਤੇ 'ਚ। ਜਿੱਥੇ 1 ਹਫ਼ਤੇ 'ਚ ਟਰਾਇਲ ਮੁੱਕਦਾ ਹੋਵੇ, ਜਿੱਥੇ ਲਾਅ ਦਾ ਇੰਨਾ ਡਰ ਹੋਵੇ ਕਿ ਲੋਕੀ ਫੜਦੇ ਸਾਰ ਕਹਿੰਦੇ ਹਾਂਜੀ ਮੇਰੇ ਕੋਲ ਇਹ ਗੁਨਾਹ ਹੋਇਆ, ਉਹਲੀਆਂ ਕੰਟਰੀਜ਼ ਦੇ ਵਿੱਚ ਸਿੱਖ ਧਰਮ ਦੀ ਬੇਅਦਬੀ ਹੋਣੀ। ਔਰ ਜਿੱਥੇ ਮੈਂ ਕਹਿਣਾ ਚਾਹਾਂਗਾ ਕਿ ਉਹਲੇ ਝੰਡੇ ਉਹਨਾਂ ਨੇ ਚੁੱਕੇ ਹੋਏ ਆ, ਜਿਹੜਾ ਉਹ ਸੋਚਦੇ ਆ ਕਿ ਅਸੀਂ ਉਹੋ ਜਿਹਾ ਦੇਸ਼ ਆਬਾਦ ਕਰਨਾ, ਪਰ ਉਹ ਲੋਕ ਬੇਅਦਬੀ 'ਤੇ ਕਿਉਂ ਚੁੱਪ ਨੇ। ਸਾਨੂੰ ਸਿਖਾਇਆ ਹੀ ਇਹੀ ਗਿਆ ਕਿ ਮਨ ਨੀਵਾਂ ਮੱਤ ਉੱਚੀ, ਕਿ ਤੁਸੀਂ ਨਿਮਰਤਾ ਨਾਲ ਚੱਲੋ। ਨਿਮਰਤਾ ਦੇ ਵਿੱਚ ਕਿਸੇ ਨੂੰ ਮਾਫ਼ ਕਰਨਾ ਸਭ ਤੋਂ ਪਹਿਲਾਂ ਆਉਂਦਾ, ਪਰ ਕਿੰਨੀ ਕੁ ਦੇਰ ਅਸੀਂ ਮਾਫ਼ ਕਰਾਂਗੇ। ਸਾਡੇ ਬਾਰੇ ਨਹੀਂ ਆ ਕੀਤੀ, ਸਾਡੇ ਪਿਤਾ ਜੀ ਬਾਰੇ, ਸਾਡੇ ਗੁਰੂ ਬਾਰੇ, ਸਾਡੇ ਰਿਲੀਜਨ ਬਾਰੇ, ਸਾਡੇ ਧਰਮ ਬਾਰੇ ਜਦੋਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉੱਥੇ ਮਾਫ਼ੀ ਗੁਰੂ ਸਾਹਿਬ ਨੇ ਦੇਣੀ ਹੈ। ਇੱਕ ਚੀਜ਼ ਦੱਸਣਾ ਚਾਹੁੰਦਾ, ਇਹਦੇ 'ਤੇ ਕਿਸੇ ਇਨਵੈਸਟੀਗੇਸ਼ਨ ਦੀ ਲੋੜ ਤਾਂ ਨਹੀਂ ਹੈ ਵੀਰੋ, ਪਰ ਫਿਰ ਵੀ ਜਵਾਬ ਕੱਲ੍ਹ ਅਸੀਂ ਦੇਵਾਂਗੇ ਅਰਜੀ। ਜਵਾਬ ਪਤਾ ਕੀ ਮਿਲਣਾ ਕਿ ਇਹਦੀ ਆਪਾਂ YouTube ਤੋਂ, Instagram ਤੋਂ, Facebook ਤੋਂ ਪਹਿਲੇ ਜਾਂਚ ਕਰਨੀ ਹੈ। ਐਕਟੀਵੇਟ ਅਕਾਊਂਟ ਹੈ, ਲੀਗਲ ਅਕਾਊਂਟ ਹੈ, ਲੀਗਲ ਅਕਾਊਂਟ ਕੋਈ ਵੀ ਖੋਲ੍ਹ ਕੇ ਵੇਖ ਸਕਦਾ। ਪਬਲਿਕ ਐਟ ਲਾਰਜ ਵੇਖ ਰਹੀ ਹੈ, ਬੇਅਦਬੀ ਹੋ ਰਹੀ ਹੈ ਦਿਨ ਬ ਦਿਨ, ਪਰ ਸਾਡੇ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਕਿ ਆਪ ਹੀ ਤੁਸੀਂ ਵੇਖ ਸਕਦੇ ਹੋ, ਮੈਨੂੰ ਕੁਝ ਵੀ ਇਹਦੇ 'ਤੇ ਬੋਲਣ ਦੀ ਲੋੜ ਨਹੀਂ। ਔਰ ਇਸ ਵੀਡੀਓ ਤੋਂ ਬਾਅਦ ਜਾਇਜ਼ਾ ਕਰ ਲਿਓ ਕਿ ਇਹਨੇ ਕਿਹਨਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੀ ਜੁਰਤ ਕਿੱਦਾਂ ਹੋ ਗਈ ਕਿ ਇਹ ਇਸ ਤਰ੍ਹਾਂ ਦੀ ਚੀਜ਼ ਦਰਸਾ ਸਕਦਾ। ਇਹਦੀ ਜੁਰਤ ਨਹੀਂ ਹੋਣੀ ਚਾਹੀਦੀ, ਔਰ ਜੁਰਤ ਉਦੋਂ ਨਹੀਂ ਹੋਏਗੀ ਜਦੋਂ ਤੱਕ ਸਾਡੀਆਂ ਜਿਹੜੀਆਂ ਸਿਰਮੌਰ ਜਥੇਬੰਦੀਆਂ ਨੇ ਉਹ ਇਹ ਨਹੀਂ ਕਹਿਣਗੀਆਂ ਕਿ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ। ਉਹ ਇਹ ਨਹੀਂ ਕਹਿਣਗੀਆਂ ਕਿ ਤੁਸੀਂ ਸਾਨੂੰ ਅੱਜ ਮਿਲਣ ਆਏ ਹੋ, ਤਾਂ ਤਰਲੇ ਮਰਾਉਣਗੀਆਂ, ਲਾਰੇ ਲਵਾਉਣਗੀਆਂ ਕਿ ਕੱਲ੍ਹ ਆ ਜਾਓ, ਪਰਸੋਂ ਆ ਜਾਓ, ਅੱਜ ਜੀ ਸਾਡੇ ਉਹ ਬਿਜ਼ੀ ਨੇ। ਪਰ ਸਪੋਰਟ ਜਿਹੜੀ ਹੈ ਦੋਵੇਂ ਸਾਈਡਾਂ ਤੋਂ ਚੱਲਦੀ ਹੈ। ਇੱਥੇ ਕੁਝ ਹੋਵੇ ਤੁਸੀਂ ਬਹੁਤ ਰੌਲਾ ਪਾਉਂਦੇ ਹੋ, ਹੁਣ ਉੱਥੇ ਕੁਝ ਹੋਇਆ। ਵੀਲੋ ਚੈਨਲ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਆਪਣਾ ਹਰਜੀਤ ਗਰੇਵਾਲ। ਇੱਕ ਵਾਰ ਫਿਰ ਤੋਂ ਜਿਹੜੀ ਕਿ ਗੁਰੂ ਸਾਹਿਬ ਦੀ ਵੀ ਜਿਹੜੀ ਕਿ ਬੇਅਦਬੀ ਹੋ ਰਹੀ ਆ। ਤੁਸੀਂ ਦੇਖਿਆ ਵੀ ਅਮਰੀਕਾ ਦੀ ਰਹਿਣ ਵਾਲੀ ਜਿਹੜੀ ਕਿ ਮਾਡਲ ਆ, ਉਸਨੇ ਆਪਣੇ ਸਰੀਰ 'ਤੇ ਜਿਹੜੀਆਂ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਜਿਹੜੀਆਂ ਲਿਖਵਾਈਆਂ, ਉਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਇੱਕ ਰੋਸ ਪਾਇਆ ਜਾ ਰਿਹਾ। ਇਸ ਤਮਾਮ ਮੁੱਦੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਹਰਸਿਮਰਤ ਸਿੰਘ ਜਿਹੜੇ ਕਿ ਐਡਵੋਕੇਟ ਨੇ। ਤੇ ਹਰਸਿਮਰਤ ਜੀ, ਸਭ ਤੋਂ ਪਹਿਲਾਂ ਬਹੁਤ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਵੀ ਅਸੀਂ ਦੇਖਿਆ ਵੀ ਅਮਰੀਕਾ ਦੀ ਰਹਿਣ ਵਾਲੀ ਮਾਡਲ ਆ, ਜਿਹਨੇ ਕਿ ਆਪਣੇ ਸਰੀਰ 'ਤੇ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਲਿਖਾਈਆਂ ਉਹਨੇ, ਕੀ ਕਾਰਵਾਈ ਹੋਣੀ ਚਾਹੀਦੀ ਹੈ? ਇੱਕ ਵਾਰੀ ਫਿਰ ਤੋਂ ਜਿਹੜੀ ਬੇਅਦਬੀ ਹੋਣੀ ਜਿਹੜੀ ਆ ਫਿਰ ਸ਼ੁਰੂ ਹੋ ਗਈ ਆ। ਦੇਖੋ ਹਰਜੀਤ ਭਾਜੀ, ਆਪਾਂ ਕੱਲ੍ਹ ਹੀ ਹਜੇ ਇੱਕ ਪਰਚਾ ਦਰਜ ਅੰਮ੍ਰਿਤਸਰ ਦੇ ਵਿੱਚ ਡਾਕਟਰ ਵਿਵੇਕ ਬਿੰਦਰਾ 'ਤੇ ਕੀਤਾ ਗਿਆ, ਕਿਉਂਕਿ ਉਹਨਾਂ ਨੇ ਬੇਅਦਬੀ ਕੀਤੀ, ਗੁਰੂ ਸਾਹਿਬ ਦੀ ਐਨੀਮੇਟਡ ਫਿਲਮ ਬਣਾਈ। ਔਰ ਐਨੀਮੇਟਡ ਫਿਲਮਾਂ ਅੱਗੇ ਵੀ ਬਣਦੀਆਂ ਨੇ, ਪਰ ਕਦੀ ਵੀ ਉਹਨਾਂ ਨੂੰ ਮੂਵਿੰਗ ਜਾਂ ਫਿਰ ਉਹਨਾਂ ਦੇ ਫੇਸਿਸ ਜਿਹੜੇ ਨੇ ਵੱਖ-ਵੱਖ ਤਰ੍ਹਾਂ ਦੇ ਬਣਾਏ ਨਹੀਂ, ਦਰਸਾਏ। ਔਰ ਜੋ ਮਾफ़ੀ ਵੀ ਮੰਗੀ ਗਈ ਉਹਨਾਂ ਵੱਲੋਂ, ਮਾफ़ੀ ਵੀ ਬੜੀ ਕੰਡੀਸ਼ਨਲ ਮਾफ़ੀ ਸੀ, ਜਿਹਦੇ ਵਿੱਚ ਫਿਰ ਮਾफ़ੀ ਦੇ ਵਿੱਚ ਵੀ ਉਹਨਾਂ ਨੇ ਬੇਅਦਬੀ ਕੀਤੀ ਸੀ। ਚਲੋ ਆਪਾਂ ਹੁਣ ਉਹਦੇ ਬਾਰੇ ਗੱਲ ਨਹੀਂ ਕਰਦੇ, ਪਰਚਾ ਦਰਜ ਹੋ ਗਿਆ, ਕਾਨੂੰਨ ਆਪਣਾ ਕੋਰਸ ਅਪਣਾਏਗਾ। ਔਰ ਲੋਕਾਂ ਨੂੰ, ਸਾਡੇ ਹਰ ਧਰਮ ਦੇ ਪਰਿਵਾਰਾਂ ਨੂੰ ਸਾਡੇ ਨਾਲ ਨਾ ਬੜਾ ਇੱਕ ਆਸ ਬੱਝ ਗਈ ਕਿ ਅੰਮ੍ਰਿਤਸਰ ਦੇ ਵਿੱਚ ਕੁਝ ਲਾਇਰਸ ਦੀ ਟੀਮ ਹੈ ਜਾਂ ਕੁਝ ਵੀਰ ਨੇ ਜਿਹੜੇ ਇਹੋ ਜਿਹੀ ਕੋਈ ਚੀਜ਼ ਹੋਵੇ ਤੇ ਉਹਦੇ 'ਤੇ ਸਟੈਪ ਲੈਂਦੇ ਨੇ।
ਉਹਦੇ ਤਹਿਤ ਸਾਨੂੰ ਇੱਕ ਦੇਖੋ ਬਹੁਤ ਜ਼ਿਆਦਾ ਕੱਲ੍ਹ ਤੋਂ ਇੱਕ ਸੁਮੀਤ ਸਾਨੀ ਨਾਮ ਦੀ ਲੜਕੀ ਹੈ ਜਿਹੜੀ ਉਹ ਅਮਰੀਕਾ ਦੇ ਵਿੱਚ ਇੱਕ ਕੋਚ ਹੈਗੀ ਹੈ ਜਿਮ ਦੇ ਵਿੱਚ। ਔਰ ਦੇਖੋ ਉਹਦੇ ਨਾਮ ਤੋਂ ਇਹੀ ਪ੍ਰਤੀਤ ਹੁੰਦਾ ਕਿ ਉਹ ਸਿੱਖ ਘਰਾਣੇ ਨਾਲ ਜਾਂ ਭਾਰਤ ਦੀ ਵਾਸੀ ਰਹਿ ਚੁੱਕੀ ਹੈ ਜਾਂ ਇੱਥੋਂ ਉੱਥੇ ਸ਼ਿਫਟ ਹੋਈ ਹੈ। ਔਰ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਵੇਖੋ ਕਿ ਉਹਦਾ ਅਕਾਊਂਟ ਵੀ ਜਿਹੜਾ ਇੰਸਟਾਗ੍ਰਾਮ ਦਾ ਜਾਂ ਫੇਸਬੁੱਕ ਦਾ ਐਕਟਿਵ ਔਰ ਜਿਹੜਾ ਸਹੀ ਮੰਨਿਆ ਹੋਇਆ ਅਕਾਊਂਟ ਹੈ, ਜਿਹੜਾ ਫੇਮਸ ਅਕਾਊਂਟ ਹੁੰਦਾ ਤੇ ਪਰਸਨਲ ਅਕਾਊਂਟ। ਔਰ ਤਕਰੀਬਨ 6-7 ਲੱਖ ਦੇ ਫੋਲੋਅਰ ਨੇ ਜਿਹੜੇ ਇਹਨੂੰ ਫੋਲੋ ਕਰਦੇ ਨੇ। ਔਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਵੀਡੀਓਜ਼ ਨੇ ਇਹਨੇ ਆਪਣੀਆਂ ਜਿਹੜੀਆਂ ਗੁਰੂ ਸਾਹਿਬ ਦੀ ਗੁਰਬਾਣੀ ਸੁਖਮਨੀ ਸਾਹਿਬ ਜਿਨ੍ਹਾਂ ਨੂੰ ਅਸੀਂ ਘਰ ਪਾਠ ਕਰਕੇ ਤੇ ਸੁੱਖ ਮੰਗਦੇ ਹਾਂ। ਅਸੀਂ ਕਹਿੰਦੇ ਹਾਂ ਜੇ ਸੁਖਮਨੀ ਸਾਹਿਬ ਦਿਨ 'ਚ ਇੱਕ ਵਾਰੀ ਕਰ ਲਈਏ ਤੇ ਦੁੱਖ ਤੁਹਾਡੇ ਨੇੜੇ ਨਹੀਂ ਆਉਂਦਾ। ਪਰ ਉਹਨੇ ਉਹ ਤੁਕਾਂ ਨੂੰ ਆਪਣੇ ਸਰੀਰ ਦੇ ਉੱਤੇ ਦਰਸਾਇਆ ਔਰ ਦਰਸਾਉਣ ਦਾ ਤਰੀਕਾ ਵੇਖ ਲਓ, ਨੰਗੇਜ਼ ਕਿੱਦਾਂ ਆਪਣੇ ਆਪ ਨੂੰ ਸ਼ੋਅ ਕੀਤਾ। ਅਸੀਂ ਸਾਰੇ ਧੀਆਂ ਭੈਣਾਂ ਵਾਲੇ ਹਾਂ, ਦੁੱਖ ਵੀ ਲੱਗਦਾ ਇਸ ਗੱਲ ਦਾ। ਪਰ ਜਿਹੜੇ ਸਾਡੇ ਵੀਰ ਬਾਹਰ ਬੈਠੇ ਨੇ, ਜਿਹੜੇ ਪੰਜਾਬ ਦੇ ਵਿੱਚ ਕੋਈ ਬੇਅਦਬੀ ਦੀ ਗੱਲ ਹੁੰਦੀ ਹੈ, ਚਿੰਗਾਰੀ ਉੱਠਦੀ ਹੈ, ਉਹਦੇ ਉੱਤੇ ਇੰਨਾ ਬੋਲਦੇ ਨੇ, ਇੰਨਾ ਜ਼ਿਆਦਾ ਬੋਲਦੇ ਨੇ। ਚਲੋ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਮੰਨਦੇ ਹਾਂ ਕਿ ਉਹਨਾਂ ਨੂੰ ਠੇਸ ਪਹੁੰਚਦੀ ਹੈ, ਉਹ ਹਰ ਤਰ੍ਹਾਂ ਦੀ ਸਪੋਰਟ ਕਰਨ ਦੀ ਗੱਲ ਕਰਦੇ ਆ। ਕਈ ਵਾਰੀ ਉਹਨਾਂ ਦੀਆਂ ਗੱਲਾਂ ਨਾਲ ਮਾਹੌਲ ਵੀ ਖਰਾਬ ਹੁੰਦਾ। ਪਰ ਮੈਂ ਦੱਸਣਾ ਚਾਹੁੰਦਾ ਕਿ ਕੀ ਤੁਹਾਨੂੰ ਇਹ ਨਜ਼ਰ ਨਹੀਂ ਆਇਆ? ਇਸ ਤੋਂ ਵੱਡੀ ਬੇਅਦਬੀ ਕੋਈ ਹੋ ਨਹੀਂ ਸਕਦੀ, ਕਿਉਂਕਿ ਲਿਵਿੰਗ ਗੋਡ ਜਿਹੜਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਉਹਨਾਂ ਨੂੰ ਮੰਨਦੇ ਹਾਂ। ਉਸ ਤੋਂ ਬਾਅਦ ਕਿਸੇ ਵੀ ਇਨਸਾਨੀ ਰੂਪ ਨੂੰ ਕਿਸੇ ਨੂੰ ਵੀ ਗੁਰੂ ਗੱਦੀ ਨਹੀਂ ਮਿਲੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸੁਪਰੀਮ ਨੇ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ੍ਰੀ ਸੁਖਮਨੀ ਸਾਹਿਬ ਦੀਆਂ, ਜਾਂ ਮੈਂ ਹੋਰ ਵੀ ਵੇਖਿਆ ਬੇਅਦਬੀ ਦੀਆਂ, ਕਿਸੇ ਨੇ ਏਕ ਓਮਕਾਰ, ਕਿਸੇ ਨੇ ਸਤਨਾਮ, ਕਿਸੇ ਨੇ ਖਾਲਸਾ, ਕਿਸੇ ਨੇ ਕੋਈ ਚੀਜ਼ਾਂ ਆਪਣੇ ਜਿਹੜੇ ਧੰਨ ਗੁਰੂ ਨਾਨਕ ਦੇਵ ਜੀ, ਕੋਈ ਮੁੰਡੇ ਬਾਡੀ ਬਿਲਡਰ ਨੇ ਤੇ ਉਹਨਾਂ ਨੇ ਆਪਣੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਬਣਾ ਲੈਂਦੇ ਨੇ। ਔਰ ਇਹ ਸਾਰੀ ਬੇਅਦਬੀ ਹੈ। ਇਹ ਜਿਹੜੇ ਟੈਟੂ ਬਣਾਉਣੇ ਨੇ, ਇਹਦੇ ਉੱਤੇ ਬੜਾ ਸਖਤ ਕਾਨੂੰਨ ਆਉਣਾ ਚਾਹੀਦਾ ਕਿ ਕਿਹੜੀਆਂ ਲਿਮਿਟੇਸ਼ਨਸ ਨੇ ਜਿਹਦੇ ਵਿੱਚ ਹਰਜੀਤ ਭਾਜੀ ਇਹ ਟੈਟੂ ਬਣ ਸਕਦੇ ਨੇ। ਔਰ ਅਸੀਂ ਜਲਦੀ ਹੀ ਅਮਰੀਕਨ ਅੰਬੈਸੀ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਮੈਂ ਸਾਰਿਆਂ ਨੂੰ ਕਹਾਂਗਾ ਜਿਹੜਾ ਅਕਾਊਂਟ ਖੋਲ੍ਹ ਕੇ ਇਹਨੂੰ ਰਿਪੋਰਟ ਜ਼ਰੂਰ ਕੀਤਾ ਜਾਵੇ, ਕਿਉਂਕਿ ਜਦੋਂ ਤੁਸੀਂ ਸਾਰਿਆਂ ਨੂੰ ਰਿਪੋਰਟ ਕਰੋਗੇ ਆਟੋਮੈਟਿਕਲੀ ਇਹ ਬੰਦ ਹੋ ਜਾਣਾ, ਕਿਉਂਕਿ ਇਹ ਨਹੀਂ ਚੱਲਣ ਦਿੱਤਾ ਜਾਣਾ ਚਾਹੀਦਾ। ਅਦਰਵਾਈਜ਼ ਅਨਕੰਡੀਸ਼ਨਲ ਅਪੋਲੋਜੀ ਇਸ ਕੁੜੀ ਨੂੰ ਵੀ ਸੀਕ ਕਰਨੀ ਚਾਹੀਦੀ ਹੈ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਇਹਦਾ ਨਾਮ ਸੁਮੀਤ ਸਾਨੀ ਹੈ, ਜੋ ਸਾਨੂੰ ਇਹੀ ਲੱਗਦਾ ਕਿ ਸਿੱਖ ਧਰਮ ਨਾਲ ਬਿਲੋਂਗ ਕਰਦੀ ਹੈ। ਔਰ ਇਹਨੂੰ ਇਸ ਚੀਜ਼ ਦਾ ਇਲਮ ਹੋਣਾ ਚਾਹੀਦਾ ਕਿ ਮੈਂ ਆਪਣੇ ਸਰੀਰ ਦੇ ਉੱਤੇ ਇਹੋ ਜਿਹੇ ਕੱਪੜੇ ਪਾ ਕੇ ਤੇ ਗੁਰਬਾਣੀ ਦੀਆਂ ਤੁਕਾਂ, ਉਹ ਵੀ ਸ੍ਰੀ ਸੁਖਮਨੀ ਸਾਹਿਬ ਦੀਆਂ ਤੁਕਾਂ ਲਿਖਾਂਗੀਆਂ, ਜਿਨ੍ਹਾਂ ਨੂੰ ਸਾਡੇ ਗੁਰੂਆਂ ਨੇ ਦੇਖੋ ਕਿਸ ਤਰ੍ਹਾਂ ਉਹ ਪਾਠ ਸਾਡੇ ਨੇ, ਜਿਨ੍ਹਾਂ ਨੂੰ ਅਸੀਂ ਰੋਜ਼ ਕਰਕੇ ਸੁਣ ਕੇ ਆਪਣਾ ਦਿਨ ਸ਼ੁਰੂ ਕਰਦੇ ਹਾਂ। ਪਰ ਜਦੋਂ ਇਹੋ ਜਿਹੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਤੇ ਫਿਰ ਸਾਨੂੰ ਬੜੇ ਦੁੱਖ ਦੀ ਗੱਲ ਹੈ ਕਿ ਸਾਡੀਆਂ ਜਿਹੜੀਆਂ ਕਮੇਟੀਆਂ ਨੇ, ਸਾਡੇ ਜਿਹੜੇ ਧਰਮ ਨੂੰ ਮੰਨਣ ਵਾਲੀਆਂ ਸਾਡੀਆਂ ਜਥੇਬੰਦੀਆਂ ਨੇ, ਸਾਡੇ ਜਿਹੜੇ ਪੁਲਿਸ ਵਾਲੇ ਨੇ, ਸਾਡੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਸਾਡੀ ਜਿਹੜੀਆਂ ਅੰਬੈਸੀਜ਼ ਨੇ, ਸਾਡਾ ਜਿਹੜਾ ਸਾਰਾ ਕੰਟਰੋਲ ਕਰਦੀਆਂ, ਸਾਡੇ ਲਾਅ ਮੇਕਰਸ ਨੇ, ਸਾਡੇ MLA ਨੇ, ਸਾਡੇ MP ਨੇ, ਸਾਡੇ ਪ੍ਰਧਾਨ ਮੰਤਰੀ ਨੇ, ਸਾਡੇ ਚੀਫ ਮਿਨਿਸਟਰ ਨੇ, ਜਿਨ੍ਹਾਂ ਨੂੰ ਇਹ ਸਾਰੇ, ਕਿਉਂਕਿ ਉਹ ਨਹੀਂ ਵੇਖਦੇ, ਇਹ ਸਭ ਵੇਖਦੇ ਨੇ। ਜੇ ਅੱਜ ਕਿਸੇ ਨੇ ਸਾਨੂੰ ਭੇਜੀ ਹੈ ਨਾ ਤੇ ਸਾਰਿਆਂ ਕੋਲ ਇਹ ਆ ਚੁੱਕੀ ਹੈ, ਪਰ ਕਿਸੇ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਜਾਂਦਾ, ਕਿਸੇ ਵੱਲੋਂ ਕੁਝ ਨਹੀਂ ਕੀਤਾ ਜਾਂਦਾ। ਔਰ ਫਿਰ ਆ ਜਾ ਕੇ ਸਾਨੂੰ ਇਹਦੇ ਉੱਤੇ ਕੰਪਲੇਂਟ ਕਰਨੀ ਪੈਂਦੀ ਹੈ। ਔਰ ਇਹਦੀ ਕੰਪਲੇਂਟ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ, ਔਰ ਜਲਦੀ ਹੀ ਇਹਦੇ 'ਤੇ ਅਸੀਂ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਐਕਸ਼ਨ ਲਵਾਂਗੇ। ਹਰਸਿਮਰਤ ਜੀ, ਕਿਸ ਤਰ੍ਹਾਂ ਦੇ ਦਿਓ ਤੁਸੀਂ ਇੱਕ ਐਡਵੋਕੇਟ ਜੀ, ਵਕੀਲ ਜੇ, ਅਤੇ ਮੈਨੂੰ ਇਸ 295 ਧਾਰਾ ਲਾਈ ਜਾਂਦੀ ਹੈ ਜਦੋਂ ਕਿਸੇ ਦਾ ਕੋਈ ਭਾਵਨਾ ਨਾਲ ਜਾਂ ਕਿਸੇ ਧਰਮ ਨਾਲ ਜਾਂ ਕੋਈ ਖਿਲਵਾੜ ਕਰਦਾ ਵਾ। ਅਸੀਂ ਦੇਖਿਆ ਵੀ ਇਹ ਜਿਹੜੀ ਮਾਡਲ ਆ, ਇਹ ਸਿੱਖ ਧਰਮ ਨਾਲ ਰਿਲੇਟਡ ਹੈਗੀ ਆ। ਇਸੇ ਜਿਹੜੇ ਲਿਖਾਇਆ ਵਾ ਕਿ ਲੱਗਦਾ ਨਹੀਂ ਵੀ 295 ਧਾਰਾ ਨੂੰ ਹੋਰ ਕੋਈ ਵੱਡੀ ਧਾਰਾ ਲੱਗਣੀ ਚਾਹੀਦੀ ਹੈ, ਜਿਸ ਤਰ੍ਹਾਂ ਕਿਸੇ ਨੂੰ ਡਰ ਹੋਵੇ ਵੀ ਬਹੁਤ ਵੱਡਾ ਕਾਨੂੰਨ ਹੈ ਜਾਂ ਮੈਂ ਸਜ਼ਾ, ਮੈਨੂੰ ਇੰਨੀ ਸਾਲ ਸਜ਼ਾ ਹੋਣੀ ਚਾਹੀਦੀ ਹੈ, ਮੈਂ ਗਲਤੀ ਕੀਤੀ ਆ। ਅਤੇ ਨਾਲ ਹੀ ਵੀ ਦੱਸੋ ਵੀ ਖਾਸ ਕੇ ਜਿਹੜੇ 'ਤੇ ਲਿਖਵਾਈ ਆ ਅਤੇ ਜਿਹਨੇ ਟੈਟੂ ਬਣਵਾਇਆ ਵੀ ਆ, ਜਿਹੜਾ ਕੋਈ ਲਿਖਦਾ ਵੀ ਆ, ਉਸ 'ਤੇ ਵੀ ਨਾਲ ਪਰਚਾ ਹੋਣਾ ਚਾਹੀਦਾ ਵਾ। ਕਿਸ ਤਰ੍ਹਾਂ ਦੀ ਚੀਜ਼? ਹਰਜੀਤ ਭਾਜੀ, ਮੈਂ ਥੋੜ੍ਹੀ ਜਿਹੀ ਕਾਨੂੰਨ ਦੀ 1 ਮਿੰਟ ਲਵਾਂਗਾ ਤੁਹਾਡਾ। ਕਾਨੂੰਨ ਦੀ ਗੱਲ ਕਰਾਂਗਾ ਕਿ 1860 ਦੇ ਵਿੱਚ IPC ਬਣੀ, ਜਿਹਦੇ ਵਿੱਚ ਕਾਨੂੰਨ ਦੀ ਡੈਫੀਨੇਸ਼ਨ ਅਤੇ ਸਜ਼ਾ ਦੱਸੀ ਗਈ ਹੈ। ਪ੍ਰੋਸੀਜਰ ਜਿਹੜਾ ਵਾ ਕ੍ਰਿਮੀਨਲ ਪ੍ਰੋਸੀਜਰ ਕੋਡ 1873 ਦੇ ਵਿੱਚ ਸ਼ੋਅ ਕੀਤਾ ਉਹਨਾਂ ਨੇ, ਉਹ 'ਚ ਦੱਸਿਆ ਸਾਰਾ। ਪਰ ਜਦੋਂ 1860 ਦੇ ਵਿੱਚ IPC ਬਣੀ, ਲਾਰਡ ਮੈਕੈਲੇ ਨੇ ਬਣਾਈ, ਅਤੇ ਉਹਨਾਂ ਨੇ ਕੁਝ ਕਾਨੂੰਨ ਇਹੋ ਜਿਹੇ ਬਣਾਏ ਕਿ ਜਿਹਦੇ ਵਿੱਚ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਵੱਲੋਂ ਇਹਦੀ ਇਨਫਰਿੰਜਮੈਂਟ ਹੋਣੀ ਹੈ, ਬੇਅਦਬੀ ਹੋਣੀ ਹੈ, ਜਾਂ ਉਹਨਾਂ ਵੱਲੋਂ ਉਹ ਬੋਲੇ ਜਾਣੇ ਆ, ਜਿਸ ਕਰਕੇ ਉਹਨਾਂ ਦੇ ਐਕਸ਼ਨ ਆਉਣਾ। ਬੜੀ ਚਲਾਕੀ ਦੇ ਨਾਲ ਉਹਦੇ ਵਿੱਚ ਸਜ਼ਾਵਾਂ ਘੱਟ ਰੱਖੀਆਂ ਗਈਆਂ। ਮੈਂ ਐਗਜ਼ਾਮਪਲ ਦੇ ਤੌਰ 'ਤੇ ਗੱਲ ਕਰਦਾ ਕਿ ਜੇ ਕਿਸੇ ਗੱਡੀ ਥੱਲੇ ਬੰਦਾ ਆ ਕੇ ਮਰ ਜਾਂਦਾ, ਸਿਰਫ 2 ਸਾਲ ਦੀ ਸਜ਼ਾ ਹੈ।
ਲੋਕਾਂ ਨੇ ਦਾਰੂ ਪੀਣੀ, ਸ਼ਰਾਬ ਪੀਣੀ, ਨਸ਼ੇ ਕਰਨੇ ਨਹੀਂ ਛੱਡੇ, ਕਿਉਂਕਿ ਮੇਜਰ ਐਕਸੀਡੈਂਟ ਦੇ ਕਾਰਨ ਨਸ਼ੇ, ਸ਼ਰਾਬ ਪੀਤੀ ਜਾਂ ਫਿਰ ਓਵਰ ਸਪੀਡਿੰਗ ਹੁੰਦੀ ਹੈ ਕਿ ਤੁਹਾਨੂੰ ਜੋਸ਼ ਚੜ੍ਹਦਾ ਕਿ ਮੈਂ ਨਵੀਂ ਕਾਰ ਲਿੱਤੀ ਹੈ, ਮੇਰੇ ਕੋਲ ਹਾਈ ਸਪੀਡ ਕਾਰ ਹੈ, ਮਹਿੰਗੀਆਂ ਕਾਰਾਂ ਮੈਂ, ਅਤੇ ਆਮ ਤੁਰਨ ਵਾਲਿਆਂ ਨੂੰ ਅਸੀਂ ਇਨਸਾਨ ਵੀ ਨਹੀਂ ਸਮਝਦੇ। ਅਤੇ ਉਦੋਂ ਉਹਨਾਂ ਨੇ ਜਿਹੜਾ ਕਾਨੂੰਨ ਬਣਾਇਆ ਉਹਦੇ ਵਿੱਚ ਜੇ ਕਿਸੇ ਐਕਸੀਡੈਂਟ ਦੇ ਵਿੱਚ ਕਿਸੇ ਦੀ ਡੈਥ ਹੁੰਦੀ ਹੈ ਸਿਰਫ 2 ਸਾਲ ਸਜ਼ਾ, ਕੋਈ ਕਿਸੇ ਨੂੰ ਮਾਰ ਦਿੰਦਾ ਉਹਦੀ ਉਮਰ ਕੈਦ ਤੱਕ ਸਜ਼ਾ ਹੈ। ਇਸੇ ਤਰ੍ਹਾਂ 295 ਪਹਿਲੇ ਸੀ, ਸਿਰਫ 2 ਸਾਲ ਦੀ ਸਜ਼ਾ ਸੀ। 295 ਆਈ 3 ਸਾਲ ਦੀ ਸਜ਼ਾ ਮੈਕਸੀਮਮ। ਮੈਂ ਵੀ ਬੜੀਆਂ ਘੱਟ ਹੁੰਦੀਆਂ ਵੇਖੀਆਂ, ਐਜ਼ ਐ ਐਡਵੋਕੇਟ ਵੀ ਕਹਿੰਦਾ, ਰਾਜੀਨਾਮੇ ਹੋ ਜਾਂਦੇ ਆ, ਮਾਫ ਕੀਤਾ ਜਾਂਦਾ, ਕਿਉਂਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਆ। ਅਸੀਂ ਸਾਨੂੰ ਸਿਖਾਇਆ ਹੀ ਇਹੀ ਗਿਆ ਕਿ ਮਨ ਨੀਵਾਂ ਮੱਤ ਉੱਚੀ, ਕਿ ਤੁਸੀਂ ਨਿਮਰਤਾ ਨਾਲ ਚੱਲੋ। ਨਿਮਰਤਾ ਦੇ ਵਿੱਚ ਕਿਸੇ ਨੂੰ ਮਾਫ ਕਰਨਾ ਸਭ ਤੋਂ ਪਹਿਲਾਂ ਆਉਂਦਾ, ਪਰ ਕਿੰਨੀ ਕੁ ਦੇਰ ਅਸੀਂ ਮਾਫ ਕਰਾਂਗੇ। ਸਾਡੇ ਬਾਰੇ ਨਹੀਂ ਆ ਕੀਤੀ, ਸਾਡੇ ਪਿਤਾ ਜੀ ਬਾਰੇ, ਸਾਡੇ ਗੁਰੂ ਬਾਰੇ, ਸਾਡੇ ਰਿਲੀਜਨ ਬਾਰੇ, ਸਾਡੇ ਧਰਮ ਬਾਰੇ ਜਦੋਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉੱਥੇ ਮਾਫੀ ਗੁਰੂ ਸਾਹਿਬ ਨੇ ਦੇਣੀ ਹੈ। ਕੱਲ੍ਹ ਵਿਵੇਕ ਬਿੰਦਰਾ 'ਤੇ ਜਿਹੜਾ ਪਰਚਾ ਦਰਜ ਹੋਇਆ ਉਹ ਕਿਸੇ ਵੀ ਜਥੇਬੰਦੀ ਨੇ ਨਹੀਂ ਕਰਵਾਇਆ, ਉਹ ਗੁਰੂ ਸਾਹਿਬ ਦੀਆਂ ਡਾਇਰੈਕਸ਼ਨਸ 'ਤੇ ਹੋਇਆ, ਕਿਉਂਕਿ ਉਹ ਉੱਦਾਂ ਉਹਨੇ ਗਲਤ ਕੀਤਾ ਸੀ ਅਤੇ ਉਹਨੂੰ ਸਜ਼ਾ ਮਿਲਣੀ ਸੀ। ਸੋ ਹੁਣ 295 ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ, ਵੱਧ ਤੋਂ ਵੱਧ ਜੱਜਿਸ 1 ਸਾਲ 2 ਸਾਲ ਦੀ ਸਜ਼ਾ ਕਰਦੇ ਨੇ। ਇਹਦੇ ਵਿੱਚ ਅਮੈਂਡਮੈਂਟ ਦਾ ਟਾਈਮ ਆ ਗਿਆ, ਤਕਰੀਬਨ 150 ਸਾਲ ਅਸੀਂ ਉੱਥੋਂ ਉੱਤੇ ਚਲੇ ਗਏ ਹਾਂ ਜਦੋਂ ਕਾਨੂੰਨ ਬਣੇ ਸੀ। ਹੁਣ ਚਾਹੀਦਾ ਕੀ ਹੈ ਕਿ ਪਾਰਲੀਮੈਂਟ ਦੇ ਵਿੱਚ 10 ਸਾਲ ਸਜ਼ਾ ਸਾਡੀ ਮੰਗ ਹੈ, ਇੱਕ ਐਡਵੋਕੇਟ ਦੀ ਮੰਗ ਹੈ, ਨਿਮਰਤਾ ਸਹਿਤ ਮੰਗ ਹੈ ਕਿ ਇਹ ਵੀਡੀਓ ਬੜੀ ਦੁਨੀਆ ਤੱਕ ਜਾਣੀ ਹੈ, ਲਾਅ ਮੇਕਰਸ ਤੱਕ ਜਾਣੀ ਹੈ, ਜਥੇਬੰਦੀਆਂ ਤੱਕ ਜਾਣੀ ਹੈ। ਸਾਰਿਆਂ ਨੂੰ ਮੈਂ ਇੱਕ ਰਿਕੁਐਸਟ ਕਰਦਾ ਕਿ ਸਾਡੀ ਮੰਗ ਜਿਹੜੀ ਹੈ ਹੋਣੀ ਚਾਹੀਦੀ ਹੈ ਵੱਧ ਸਜ਼ਾ ਦੀ, ਕਿ ਲਾਅ ਦੇ ਵਿੱਚ ਅਮੈਂਡਮੈਂਟ ਆਵੇ। ਮੈਂ ਨਹੀਂ ਕਹਿੰਦਾ ਕਿ ਅਸੀਂ ਵਕੀਲ ਹਾਂ ਅਤੇ ਸਾਨੂੰ ਪਤਾ ਵਾ, ਬਹੁਤ ਜਥੇਬੰਦੀਆਂ ਕੋਲ ਵੱਡੇ ਵੱਡੇ ਵਕੀਲ ਨੇ, ਸੂਝਵਾਨ ਵਿਦਵਾਨ ਨੇ, ਉਹਨਾਂ ਦੀ ਰਾਏ ਲਿੱਤੀ ਜਾਵੇ। ਇੱਕ ਟੀਮ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਰੋਲ ਹੈ। ਐਡਮਿਨਿਸਟ੍ਰੇਸ਼ਨ ਸੀਮਤ ਹੋ ਗਈ ਕਿ ਤੁਸੀਂ ਜੇ ਧਰਨਾ ਲਾਓਗੇ ਤਾਂ ਪਰਚਾ ਦਰਜ ਕਰਾਂਗੇ, ਅਦਰਵਾਈਜ਼ ਤੁਸੀਂ ਕੋਈ ਕੰਪਲੇਂਟ ਦਿੰਦੇ ਹੋ ਅਤੇ ਅਸੀਂ ਪਰਚਾ ਦਰਜ ਨਹੀਂ ਕਰਨਾ। ਸਾਡੇ ਨਾਲ ਵੀ ਐਤਕੀ ਇੱਦਾਂ ਹੀ ਹੋਇਆ, ਪਰ ਗੁਰੂ ਸਾਹਿਬ ਦੀ ਮਿਹਰ ਨਾਲੋਂ ਪਰਚਾ ਦਰਜ ਹੋ ਗਿਆ। ਇਹ ਵੀ ਜਲਦੀ ਦਰਜ ਹੋਏਗਾ। ਪਰ ਮੇਰੀ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਲਾਅ ਮੇਕਰਸ ਨੂੰ ਬੇਨਤੀ ਹੈ, ਤਗੜੇ ਲਾਇਰਸ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਜਿਹੜੀ ਹੈ ਐਡਮਿਨਿਸਟ੍ਰੇਸ਼ਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਪੁਲਿਸ ਕਮਿਸ਼ਨਰ ਅੰਮ੍ਰਿਤਸਰ, DGP ਪੰਜਾਬ, ਇੱਕ ਟੀਮ ਗਠਿਤ ਕਰਨ ਚੰਗੇ ਲਾਇਰਸ ਦੀ, ਚੰਗੇ ਵਿਦਵਾਨਾਂ ਦੀ, ਧਰਮ ਤੇ ਜਿਨ੍ਹਾਂ ਦੀ ਪਕੜ ਹੈ, ਜਿਨ੍ਹਾਂ ਨੇ ਕਿਤਾਬਾਂ ਪੜ੍ਹੀਆਂ ਨੇ। ਸਾਡੇ ਵਗਨ ਨਹੀਂ, ਸਾਨੂੰ ਇਹਨਾਂ ਨਹੀਂ ਪਤਾ। ਸਾਡੇ ਕੋਲ ਤੇ ਚੀਜ਼ ਆਉਂਦੀ ਹੈ, ਅਸੀਂ ਲਾਅ ਵੇਖਦੇ ਹਾਂ ਕਿ ਲਾਅ ਦੇ ਅਕੋਰਡਿੰਗਲੀ ਓਫੈਂਸ ਤੇ ਨਹੀਂ ਹੈ, ਕ੍ਰਾਈਮ ਤੇ ਨਹੀਂ ਕੀਤਾ। ਜੇ ਕ੍ਰਾਈਮ ਕੀਤਾ ਤਾਂ ਸਾਡਾ ਅਖਲਾਕੀ ਫਰਜ਼ ਬਣਦਾ ਐਜ਼ ਅ ਪ੍ਰੋਫੈਸ਼ਨਲ ਵੀ ਔਰ ਐਜ਼ ਅ ਸੇਵਾਦਾਰ ਵੀ, ਕਿ ਜੇ ਕੋਈ ਬੰਦਾ ਨਹੀਂ ਪੇ ਕਰ ਸਕਦਾ ਤਾਂ ਉਹਦੀ ਉੱਦਾਂ ਮਦਦ ਕਰੋ, ਅਤੇ ਜੇ ਕੋਈ ਕਰ ਸਕਦਾ ਤਾਂ ਸਾਡੀ ਰੋਜ਼ੀ ਰੋਟੀ ਵੀ ਅਸੀਂ ਵਕਾਲਤ ਕਰਦੇ ਹਾਂ, ਅਸੀਂ ਉਹ ਕਾਰਵਾਈ ਕਰਨੀ ਆ। ਪਰ ਜੇ ਟੀਮ ਗਠਿਤ ਹੁੰਦੀ ਹੈ ਅਰਜੀਤ ਜੀ, ਅਤੇ ਉਹਦੇ ਵਿੱਚ ਮੰਨ ਕੇ ਚੱਲੋ ਕਿ ਔਨ ਦੀ ਸਪੌਟ, ਹੁਣ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ, ਇਹਦੇ 'ਤੇ ਕਿਸੇ ਇਨਵੈਸਟੀਗੇਸ਼ਨ ਦੀ ਲੋੜ ਤਾਂ ਨਹੀਂ ਹੈ ਵੀਰੋ, ਪਰ ਫਿਰ ਵੀ ਜਵਾਬ ਕੱਲ੍ਹ ਅਸੀਂ ਦੇਵਾਂਗੇ ਅਰਜੀਤ। ਜਵਾਬ ਪਤਾ ਕੀ ਮਿਲਣਾ ਕਿ ਇਹਦੀ ਆਪਾਂ YouTube ਤੋਂ, ਇੰਸਟਾਗ੍ਰਾਮ ਤੋਂ, ਫੇਸਬੁੱਕ ਤੋਂ ਪਹਿਲੇ ਜਾਂਚ ਕਰਨੀ ਹੈ। ਐਕਟੀਵੇਟ ਅਕਾਊਂਟ ਹੈ, ਲੀਗਲ ਅਕਾਊਂਟ ਹੈ, ਲੀਗਲ ਅਕਾਊਂਟ ਕੋਈ ਵੀ ਖੋਲ੍ਹ ਕੇ ਵੇਖ ਸਕਦਾ। ਪਬਲਿਕ ਐਟ ਲਾਰਜ ਵੇਖ ਰਹੀ ਹੈ, ਬੇਅਦਬੀ ਹੋ ਰਹੀ ਹੈ ਦਿਨ ਬ ਦਿਨ, ਪਰ ਸਾਡੇ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਮੈਂ ਆਸ ਕਰਦਾ ਵਾਂ ਕਿ ਜਿਹੜਾ ਕਾਨੂੰਨ ਹੈ, ਔਰ ਜਲਦੀ ਇੱਕ ਰਿਪਰਜੈਂਟੇਸ਼ਨ ਅਰਜੀਤ ਭਾਜੀ, ਮੈਂ ਆਪਣੀ ਬਾਰ ਐਸੋਸੀਏਸ਼ਨ ਦੇ ਵਿੱਚ, ਸਾਡੇ ਢੰਡ ਸਾਹਿਬ ਬੜੇ ਵਧੀਆ ਪ੍ਰੈਜ਼ੀਡੈਂਟ ਨੇ, ਵਿਪਨ ਕੁਮਾਰ ਢੰਡ ਜੀ, ਦੇਖੋ ਉਹਨਾਂ ਨੇ ਵੀ ਇੰਨਾ ਸਾਥ ਦਿੱਤਾ ਜਿਹੜਾ ਆਪਾਂ ਪਰਚਾ ਦਰਜ ਕਰਵਾਇਆ। ਔਰ ਉਹਨਾਂ ਨੇ ਇੱਕ ਗੱਲ ਮੈਨੂੰ ਕਹੀ ਕਿ ਜਿੱਥੇ ਲੋੜ ਆ ਨਾ, ਜਿੱਥੇ ਰਿਪਰਜੈਂਟੇਸ਼ਨ ਦੇਣੀ ਹੈ, ਜਿੱਥੇ ਤੁਹਾਨੂੰ ਲੱਗਦਾ ਵਾ ਕਿ ਲਾਅ ਦੀ ਇਹਦੇ ਵਿੱਚ ਕਮੀ ਹੈ ਔਰ ਸਾਨੂੰ ਲਾਅ ਨੂੰ ਸਟਰੋਂਗ ਕਰਨਾ ਪਏਗਾ। ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਜੇ ਅੱਜ ਹੁਣ ਟ੍ਰੈਫਿਕ ਨਿਯਮਾਂ ਦੇ ਵਿੱਚ ਕੁਝ ਚੇਂਜ ਕੀਤੇ ਸਰਕਾਰ ਨੇ, ਤੁਸੀਂ ਵੇਖ ਲਿਓ, ਸ਼ਾਇਦ ਅਸੀਂ ਵੀ ਚੰਡੀਗੜ੍ਹ ਵਾਂਗ ਮੋਹਾਲੀ ਪਹੁੰਚਦੇ ਹਾਂ ਸੀਟ ਬੈਲਟ ਲਾ ਲੈਂਦੇ ਹਾਂ। ਜੇ ਮੋਹਾਲੀ ਪਹੁੰਚੀਏ, ਕਿਸੇ ਨੇ ਸ਼ਰਾਬ ਪੀਤੀ ਹੋਵੇ ਤਾਂ ਉਹ ਕਹਿੰਦਾ ਆਪਣੇ ਭੈਣ ਭਰਾਵਾਂ ਨੂੰ ਕਹਿੰਦਾ ਤੁਸੀਂ ਚਲਾਓ ਕਾਰ, ਮੈਂ ਨਹੀਂ ਚਲਾਉਣੀ, ਇੱਥੇ ਸਿੱਧਾ 5000 ਦਾ ਜੁਰਮਾਨਾ ਹੋ ਜਾਣਾ। ਜਿੰਨਾ ਲਾਅ ਸਖਤ ਹੋਊਗਾ ਓਨਾ ਹੀ ਕ੍ਰਾਈਮ ਘੱਟ ਹੋਊਗਾ, ਔਰ ਕ੍ਰਾਈਮ ਘੱਟ ਕਰਨ ਵਾਸਤੇ ਅਮੈਂਡਮੈਂਟਸ ਦੀ ਲੋੜ ਹੈ। ਸੰਵਿਧਾਨ ਜਿਹੜੇ ਨੇ ਉਹਨਾਂ ਦੇ ਵਿੱਚ ਜਦੋਂ ਤੱਕ ਇਹ ਅਮੈਂਡਮੈਂਟਸ ਨਹੀਂ, ਚੇਂਜ ਨਹੀਂ ਕੀਤੇ ਜਾਣਗੇ ਐਜ਼ ਪਰ ਦੀ ਨਾਓ ਡੇਜ਼, ਕਿਉਂਕਿ ਅੱਜ ਕੱਲ੍ਹ ਕੀ ਹੈ, ਪੁਲਿਸ ਤੋਂ, ਜੱਜਿਸ ਤੋਂ, ਵਕੀਲਾਂ ਤੋਂ ਉੱਤੇ ਕ੍ਰਿਮੀਨਲਸ ਦੇ ਦਿਮਾਗ ਨੇ। ਉਹਨਾਂ ਦੀ ਸੋਚ ਜਿਹੜੀ ਹੈ ਕਿ ਕ੍ਰਾਈਮ ਨੂੰ ਕਿਵੇਂ ਕਰਨਾ ਕਿ ਜਿਹਦੇ ਨਾਲ ਉਹ ਫੜੇ ਨਾ ਜਾਣ। ਤੁਸੀਂ ਵੇਖ ਰਹੇ ਹੋ ਰੋਜ਼ ਹੀ ਕ੍ਰਾਈਮ ਹੋ ਰਹੇ ਨੇ, ਫੜੇ ਨਹੀਂ ਜਾਂਦੇ, ਕੁਝ ਫੜੇ ਜਾਂਦੇ ਨੇ, ਕਈਆਂ 'ਤੇ ਬਹੁਤ ਟਾਈਮ ਲੱਗਦਾ ਫੜਨ 'ਤੇ। ਉਹਦੇ ਵਿੱਚ ਜੇ ਲਾਅ ਦੀ ਸਖਤੀ ਇੰਨੀ ਕੁ ਜ਼ਿਆਦਾ ਹੋ ਜਾਵੇ ਕਿ ਲੋਕੀ ਕ੍ਰਾਈਮ ਕਰਨ ਤੋਂ ਡਰਨ। ਧਰਮ ਦੀ ਪਰਪੱਕਤਾ ਤਾਂ ਹੈ ਕਿ ਜੇ ਲੋਕਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਇਹ ਕੀਤਾ ਤਾਂ ਇਹਦੇ ਵਿੱਚ ਚਲੋ ਗੁਰੂ ਸਾਹਿਬ ਨੇ ਤਾਂ ਸਜ਼ਾ ਦੇਣੀ ਹੈ, ਪਰਮਾਤਮਾ ਨੇ, ਕਿਸੇ ਵੀ ਧਰਮ ਦਾ ਲਾ ਲਓ, ਹਿੰਦੂ, ਮੁਸਲਿਮ,
ਸਿੱਖ ਈਸਾਈ ਕਿਸੇ ਵੀ ਧਰਮ ਦੀ ਬੇਅਦਬੀ ਹੈ ਉਹ ਜਿਹੜੀ ਹੈ ਪਰਮਾਤਮਾ ਉਹਨਾਂ ਦੇ ਪਰਮਾਤਮਾ ਇੱਕ ਹੀ ਹੈ। ਜਿਹੜਾ ਗੁਰੂ ਨਾਨਕ ਸਾਹਿਬ ਨੇ ਵਨਨੈਸ ਦੀ ਫੀਲਿੰਗ ਲਿਆਂਦੀ ਸੀ ਉਹਨਾਂ ਨੇ ਤਾਂ ਸਜ਼ਾ ਦੇਣੀ ਹੈ। ਪਰ ਦੁਨੀਆ ਕਿਵੇਂ ਉਹ ਤੋਂ ਰੁਕੇਗੀ ਜਦੋਂ ਤੱਕ ਜੁਡੀਸ਼ਰੀ ਦੇ ਵਿੱਚ ਵਕੀਲਾਂ ਵੱਲੋਂ ਵਧੀਆ ਕੇਸ ਤਿਆਰ ਕਰਕੇ ਉਹਨਾਂ ਨੂੰ ਸਜ਼ਾਵਾਂ ਨਹੀਂ ਕਰਾਈਆਂ ਜਾਂਦੀਆਂ। ਔਰ ਸਜ਼ਾਵਾਂ ਤਾਂ ਹੋਣਗੇ ਜਦੋਂ ਸਜ਼ਾ ਦਾ ਡਰ ਹੋਊਗਾ ਕਿ ਇਹਦੇ ਵਿੱਚ 10 ਸਾਲ ਸਜ਼ਾ ਹੈ। 295 ਦੀ ਅਰਜੀਤ ਜੀ ਇਸ ਵੇਲੇ ਅਮੈਂਡਮੈਂਟ ਬਹੁਤ ਜ਼ਰੂਰੀ ਹੋ ਗਈ ਕਿਉਂਕਿ ਲੋਕਾਂ ਕੋਲ ਪੰਜਾਬ ਦੇ ਵਿੱਚ ਮਾਹੌਲ ਖਰਾਬ, ਸਾਡੇ ਭਾਰਤ ਦੇਸ਼ ਦੇ ਵਿੱਚ ਮਾਹੌਲ ਖਰਾਬ ਕਰਨ ਵਾਸਤੇ ਅੱਜ ਕੱਲ੍ਹ ਕੁਝ ਨਹੀਂ ਹੈਗਾ। ਅੱਜ ਕੱਲ੍ਹ ਇੱਕੋ ਚੀਜ਼ ਹੈ, ਕਿਸੇ ਗੁਰਦੁਆਰੇ ਦੇ ਵਿੱਚ ਜਾਓ, ਜਾ ਕੇ ਬੇਅਦਬੀ ਕਰ ਦਿਓ, ਕਿਸੇ ਦੀ ਮੂਰਤੀ ਨੂੰ ਛੇੜਖਾਨੀ ਕਰ ਦਿਓ, ਕਿਸੇ ਦੀ ਧਾਰਮਿਕ ਜਿਹੜੀ ਹੈਗੀ ਹੈ ਬੁੱਕ ਉਹਦੇ ਨਾਲ ਛੇੜਖਾਨੀ ਕਰ ਦਿਓ। ਸੋ ਬੇਅਦਬੀ ਬਹੁਤ ਕਾਮਨ ਹੋ ਗਈ ਹੈ, ਪਰ ਹੁਣ ਅੱਗੇ ਇੱਥੇ ਤੱਕ ਸੀਮਿਤ ਸੀ। ਹੁਣ ਤੁਸੀਂ ਵੇਖ ਲਓ ਕਿ ਮੈਂ ਤੁਹਾਨੂੰ ਇੱਕ ਚੀਜ਼ ਹੋਰ, ਇਹਦੇ ਨਾਲ ਹੀ ਇੱਕ ਕੇਸ ਹੋਰ ਜਿਹੜਾ ਆਇਆ, ਉਸ ਵੀਰ ਦੀ ਵੀ, ਉਹ ਮੈਨੂੰ ਵੈਸੇ ਵੀਰ ਪੰਜਾਬ ਦਾ ਹੀ ਲੱਗਦਾ, ਉਸ ਵੀਰ ਦੀ ਵੀ ਤੁਸੀਂ ਹਿੰਮਤ ਵੇਖ ਸਕਦੇ ਹੋ ਕਿ ਉਹਨੇ ਕਿਹੜੇ ਡਾਇਟੀ ਸਾਡੇ ਗੋਡ ਛੱਡੇ ਜਿਨ੍ਹਾਂ ਦੀ ਉਹਨੇ ਨਹੀਂ ਕੀਤੀ। ਇਹ ਟੈਟੂਜ਼ ਦਾ ਜਿਹੜਾ ਰਿਵਾਜ ਆ ਨਾ, ਇਹ ਸਾਡੇ ਲਈ ਬਹੁਤ ਵੱਡਾ ਪੰਗਾ ਬਣ ਚੁੱਕਾ ਹੈ, ਲੜਾਈ ਝਗੜੇ ਦਾ ਕਾਰਨ ਬਣ ਚੁੱਕਾ ਹੈ, ਧਰਮ ਦੇ ਵਿੱਚ ਜਿਹੜਾ ਵਾ ਬੇਅਦਬੀ ਦਾ ਕਾਰਨ ਬਣ ਚੁੱਕਾ ਹੋਇਆ। ਔਰ ਤੁਸੀਂ ਵੇਖ ਸਕਦੇ ਹੋ ਕਿ ਆਪ ਹੀ ਤੁਸੀਂ ਵੇਖ ਸਕਦੇ ਹੋ, ਮੈਨੂੰ ਕੁਛ ਵੀ ਇਹਦੇ 'ਤੇ ਬੋਲਣ ਦੀ ਲੋੜ ਨਹੀਂ। ਔਰ ਇਸ ਵੀਡੀਓ ਤੋਂ ਬਾਅਦ ਜਾਇਜ਼ਾ ਕਰ ਲਿਓ ਕਿ ਇਹਨੇ ਕਿਹਨਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੀ ਜੁਰਤ ਕਿੱਦਾਂ ਹੋ ਗਈ ਕਿ ਇਹ ਇਸ ਤਰ੍ਹਾਂ ਦੀ ਚੀਜ਼ ਦਰਸਾ ਸਕਦਾ। ਇਹਦੀ ਜੁਰਤ ਨਹੀਂ ਹੋਣੀ ਚਾਹੀਦੀ। ਔਰ ਜੁਰਤ ਉਦੋਂ ਨਹੀਂ ਹੋਏਗੀ ਜਦੋਂ ਤੱਕ ਸਾਡੀਆਂ ਜਿਹੜੀਆਂ ਸਿਰਮੌਰ ਜਥੇਬੰਦੀਆਂ ਨੇ ਉਹ ਇਹ ਨਹੀਂ ਕਹਿਣਗੀਆਂ ਕਿ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ। ਉਹ ਇਹ ਨਹੀਂ ਕਹਿਣਗੀਆਂ ਕਿ ਤੁਸੀਂ ਸਾਨੂੰ ਅੱਜ ਮਿਲਣ ਆਏ ਹੋ, ਉਦੋਂ ਤਰਲੇ ਮਰਾਉਣਗੀਆਂ, ਲਾਰੇ ਲਵਾਉਣਗੀਆਂ ਕਿ ਕੱਲ੍ਹ ਆ ਜਾਓ, ਪਰਸੋਂ ਆ ਜਾਓ, ਅੱਜ ਜੀ ਸਾਡੇ ਉਹ ਬਿਜ਼ੀ ਨੇ। ਜੇ ਪਹਿਲੇ ਦਿਨ ਮਿਲ ਲੈਣਗੀਆਂ ਤੇ ਇਹਦੇ 'ਤੇ ਐਕਸ਼ਨ ਲੈਣਗੀਆਂ, ਸਿੱਧਾ ਪਰਚਾ ਦਰਜ ਹੁੰਦਾ। ਅੱਜ ਵੀ 8 ਦਿਨ ਖਰਾਬ ਹੋਏ ਤੇ ਵਿਵੇਕ ਬਿੰਦਰਾ 'ਤੇ ਪਰਚਾ ਦਰਜ ਹੋਇਆ, ਤੇ ਅਸੀਂ ਤਾਂ ਪਹਿਲੇ ਦਿਨ ਵੀ ਇਹੀ ਗੱਲ ਕੀਤੀ ਸੀ ਕਿ ਉਹਨੇ ਬੇਅਦਬੀ ਕੀਤੀ। 8ਵੇਂ ਦਿਨ ਵੀ ਉਹੀ ਗੱਲ ਰਹੀ। ਕੀ ਉਹਦੇ ਵਿੱਚ ਨਵੀਂ ਚੀਜ਼ ਆ ਗਈ? ਇੰਨਾ ਕਲਪਾਇਆ, ਇੰਨਾ ਸਾਨੂੰ ਤੰਗ ਕੀਤਾ ਗਿਆ, ਪਰ ਅਲਟੀਮੇਟਲੀ ਚਲੋ ਉਹਨਾਂ ਦਾ ਥੈਂਕ ਯੂ ਹੈ ਕਿ ਉਹਨਾਂ ਦੇ ਜ਼ਮੀਰ ਜਾਗੇ ਤੇ ਉਹਨਾਂ ਨੇ ਕਿਹਾ ਕਿ ਹਾਂ ਇਹ ਬੇਅਦਬੀ ਹੋਈ ਹੈ, ਤਾਂ ਹੀ ਪਰਚਾ ਦਰਜ ਹੋਇਆ ਨਾ। ਅੱਜ ਮੰਨ ਗਏ ਨਾ ਕਿ ਬੇਅਦਬੀ ਉਹਨੇ ਕੀਤੀ ਹੈ, ਤਾਂ ਹੀ FIR ਦਰਜ ਹੋਈ। ਕੋਈ ਅਫੈਂਸ ਹੁੰਦਾ ਤੇ ਪਰਚਾ ਦਰਜ ਹੁੰਦਾ। ਸੋ ਜਲਦੀ ਹੀ ਜਲਦੀ ਇਹਦੇ ਵਿੱਚ ਅਸੀਂ ਰਿਪਰੈਜ਼ੈਂਟੇਸ਼ਨ ਦੇਵਾਂਗੇ। ਸਾਡੇ ਲੋਕਲ ਜਿਹੜੇ ਮਤਲਬ ਲੋਕਲ ਲੈਵਲ ਤੋਂ ਵੀ MLAs ਨਾਲ ਅਸੀਂ ਗੱਲ ਕਰਾਂਗੇ। ਮੈਨੂੰ ਬੜੀ ਆਸ ਹੈ ਕਿ ਕੁੰਵਰ ਵਿਜੇ ਪ੍ਰਤਾਪ ਜੀ ਜਿਹੜੇ ਉਹਨਾਂ ਦਾ ਨਾਮ ਬੇਅਦਬੀ ਨੂੰ ਕੰਟਰੋਲ ਕਰਨ ਦੇ ਵਿੱਚ ਜੁੜਿਆ, ਜਿਨ੍ਹਾਂ ਨੇ ਆਪਣੀ ਨੌਕਰੀ ਛੱਡੀ ਬੇਅਦਬੀ ਦੇ ਵਿੱਚ, ਉਹਨਾਂ ਤੱਕ ਅਸੀਂ ਇਹ ਕੱਲ੍ਹ ਮੈਟਰ, ਵੈਸੇ ਉਹਨਾਂ ਦੀ ਨੌਲੇਜ ਆ ਚੁੱਕਾ, ਉਹਨਾਂ ਤੱਕ ਲੈ ਕੇ ਜਾਵਾਂਗੇ ਮੈਟਰ। ਔਰ ਰਿਪਰੈਜ਼ੈਂਟੇਸ਼ਨ ਕਿਉਂਕਿ ਸਾਡੇ ਪੰਜਾਬ ਗਵਰਨਮੈਂਟ ਨੂੰ ਉਹ ਦਿੰਦੇ ਨੇ ਐਜ਼ ਅ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਸਾਡੇ ਵਿਧਾਨ ਸਭਾ ਹਲਕੇ ਦੇ MLA ਨੇ, ਉਹ ਲਾਅ ਨੂੰ ਸਟ੍ਰਿੰਜੈਂਟ ਕਰਨ ਦੀ, ਲਾਅ ਨੂੰ ਸਖਤ ਕਰਨ ਦੀ ਵਿਧਾਨ ਸਭਾ 'ਚ ਗੱਲ ਰੱਖਣ। ਔਰ ਮੈਂ ਬੜੇ ਸਖਤ ਕਾਨੂੰਨ ਸਾਡੇ ਆਦਰਨੀय ਪ੍ਰਧਾਨ ਮੰਤਰੀ ਮੋਦੀ ਜੀ ਨੇ ਪਾਸ ਕੀਤੇ। ਮੈਂ ਉਹਨਾਂ ਨੂੰ ਕਹਾਂਗਾ ਕਿ ਬੇਅਦਬੀ ਦੇ ਉੱਤੇ, ਰਿਲੀਜਨ ਦੀ ਰਿਸਪੈਕਟ ਦੇ ਉੱਤੇ ਲਾਅ ਜਿਹੜੇ ਨੇ ਉਹ ਲੈ ਕੇ ਆਓ, ਸੋ ਦੈਟ ਅਸੀਂ ਕਿਸੇ ਦੀ ਵੀ ਹਿੰਮਤ ਨਾ ਹੋਵੇ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਦੀ। ਅਸੀਂ ਦੇਖਦੇ ਹਾਂ ਹਰਸਿਮਰਨ ਜੀ, ਜ਼ਿਆਦਾਤਰ ਜਦੋਂ ਪੰਜਾਬ 'ਚ ਬੇਅਦਬੀ ਹੁੰਦੀਆਂ ਸੀ ਉਦੋਂ ਅਸੀਂ ਦੇਖਿਆ ਵੀ ਜਿਹੜੇ ਸਾਡੇ ਵੀਰ ਨੇ NRI ਉਹ ਉੱਥੇ ਬੈਠੇ ਹੁੰਦੇ ਸੀ ਅਤੇ ਬਹੁਤ ਗੱਲਾਂ ਕਰਦੇ ਸੀ ਵੀ ਤੁਹਾਡੇ ਪੰਜਾਬ 'ਚ ਬੇਅਦਬੀ ਹੁੰਦੀਆਂ ਤੁਸੀਂ ਰੋਕਦੇ ਨਹੀਂ ਹੋ, ਸਾਡੇ ਕਿਤੇ ਇੱਥੇ ਬਾਹਰ ਹੋਵੇ ਤਾਂ ਅਸੀਂ ਇੱਦਾਂ ਕਰ ਦਾਂਗੇ। ਅੱਜ ਅਮਰੀਕਾ ਦੀ ਇੱਕ ਬੜੀ ਜਾਨੀ ਮਾਨੀ ਜਿਹੜੀ ਮਾਡਲ ਆ ਉਸ ਵੱਲੋਂ ਬੇਅਦਬੀ ਕੀਤੀ ਗਈ ਆ, ਪਰ ਮੈਨੂੰ ਲੱਗਦਾ ਵੀ ਅਮਰੀਕਾ ਵਿੱਚ ਸਾਡੇ ਇੰਨੇ ਸਿੱਖ ਭਾਈਚਾਰੇ ਬੈਠੇ ਨੇ, ਕਿਸੇ ਨੇ ਹਜੇ ਤੱਕ ਆਵਾਜ਼ ਨਹੀਂ ਚੁੱਕੀ, ਕਿਸੇ ਗਵਾਂਢੀ ਸਿੱਖ ਨਹੀਂ ਦੇਖੀ ਵੀ ਇਹ ਜਿਹੜੀ ਇਸਨੇ ਬੇਅਦਬੀ ਕੀਤੀ ਹੈ ਜਿਹੜੀਆਂ ਗੁਰਬਾਣੀ ਦੀਆਂ ਜਿਹੜੀਆਂ ਪਵਿੱਤਰ ਤੁਕਾਂ ਜਿਹੜੀਆਂ ਲਿਖੀਆਂ ਆਪਣੇ ਸਰੀਰ 'ਤੇ। ਕੀ ਲੱਗਦਾ ਨਹੀਂ ਉਹਨਾਂ ਨੂੰ ਅੱਜ ਜਿਹੜੇ ਸਾਨੂੰ ਕਹਿੰਦੇ ਸੀ ਪੰਜਾਬ ਵਾਲਿਆਂ ਵੀ ਤੁਹਾਡੀ ਜ਼ਮੀਨਾਂ ਮਰ ਗਈਆਂ ਵਾ ਤੁਹਾਡੀਆਂ, ਅੱਜ ਉਹਨਾਂ ਦੀ ਜ਼ਮੀਨਾਂ ਮਰ ਚੁੱਕੀਆਂ, ਕਿਸੇ ਨੇ ਆਵਾਜ਼ ਨਹੀਂ ਚੁੱਕੀ ਹਜੇ ਤੱਕ। ਮੈਂ ਇਹਦੇ 'ਤੇ ਇੱਕ ਲਾਈਨ ਕਹਿਣਾ ਚਾਹੁੰਦਾ ਕਿ ਪੜ੍ਹ ਆਲਮ ਫਾਜ਼ਲ ਹੋਇਆ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਵੜ ਜਾਨਾ ਮੰਦਰ ਮਸੀਤਾਂ, ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੜਦੀਆਂ ਫੜਦਾ, ਜਿਹੜਾ ਘਰ ਬੈਠਾ ਕਦੇ ਫੜਿਆ ਹੀ ਨਹੀਂ। ਮੈਂ ਉਹ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਕਿਸੇ ਵੀ ਕੋਨੇ ਦੇ ਵਿੱਚ, ਕਿਸੇ ਵੀ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਸੋਸ਼ਲ ਮੀਡੀਆ 'ਤੇ ਤੁਸੀਂ ਸਾਡਾ ਹੀ ਮੰਨ ਲਓ ਕਿ ਜੀਣਾ ਹੀ ਆਰਾਮ ਹੋ ਜਾਂਦਾ ਕਿ ਅਸੀਂ ਐਕਸ਼ਨ ਲਈਏ, ਕੁਝ ਕਰੀਏ। ਇੰਨੇ ਕੁ ਜਜ਼ਬਾਤ ਜਾਗ ਜਾਂਦੇ ਨੇ ਇੱਥੇ, ਕਈ ਯੰਗਸਟਰਸ ਕੋਲੋਂ ਗਲਤ ਐਕਸ਼ਨ ਲਿੱਤੇ ਜਾਂਦੇ ਨੇ ਉਹਦੇ ਉੱਤੇ। ਪਰ ਤੁਹਾਡੇ ਅਮਰੀਕਾ ਵਰਗੇ ਦੇਸ਼ ਦੇ ਵਿੱਚ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਅਸੀਂ ਇਹ ਮੰਨਦੇ ਹਾਂ ਕਿ ਉੱਥੇ ਧਰਮ, ਕਿਸੇ ਵੀ ਧਰਮ ਦੀ ਪ੍ਰਪੱਕਤਾ ਜਿਹੜੀ ਉਹਦੀ ਹਿਫਾਜ਼ਤ ਬੜੇ ਵਧੀਆ ਤਰੀਕੇ ਨਾਲ ਹੁੰਦੀ ਹੈ। ਪਰ ਬੜੀ ਸ਼ਰਮ ਦੀ ਗੱਲ ਆ ਵੀਰੋ ਕਿ ਉੱਥੇ ਇਹ ਸਭ ਕੁਝ ਹੋ ਰਿਹਾ, ਔਰ 6-6 ਲੱਖ ਬੰਦਿਆਂ ਨੇ ਇਹੋ ਜਿਹੀਆਂ ਫੋਟੋਆਂ ਵੇਖੀਆਂ ਹੋਣ ਜਿਹਦੇ ਵਿੱਚ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਦੀ ਬੇਅਦਬੀ ਕੀਤੀ, ਔਰ ਤੁਹਾਡੇ ਵੱਲੋਂ ਅੱਜ ਤੱਕ ਕੋਈ ਵੀਡੀਓ ਵੀ ਨਹੀਂ ਇਹੋ ਜਿਹੀ ਆਈ ਕਿ ਅਸੀਂ ਇਸ ਲੜਕੀ ਦੇ ਖਿਲਾਫ ਕੋਈ ਐਕਸ਼ਨ ਲਿਆ। ਸੋਸ਼ਲ ਮੀਡੀਆ 'ਤੇ
ਵਿੱਚ ਤੇ ਤੁਸੀਂ ਇੱਕ ਕੋਈ ਕੰਪਲੇਂਟ ਕਰੋ ਔਰ ਤੇ ਐਕਸ਼ਨ ਹੋ ਜਾਂਦਾ, ਪਰ ਕਿਉਂ ਨਹੀਂ ਕੀਤਾ ਗਿਆ? ਇਹ ਬੜਾ ਵੱਡਾ ਸਵਾਲ ਹੈ, ਇਹਨੂੰ ਸੋਚਿਓ ਜ਼ਰੂਰ। ਮੈਨੂੰ ਮਾਫ ਵੀ ਕਰਿਓ, ਮੈਨੂੰ ਪਤਾ ਤੁਸੀਂ ਮੇਰੇ ਨਾਲ ਗੁੱਸਾ ਕਰਨਾ ਇਸ ਗੱਲ ਦਾ, ਕੋਈ ਇਹੋ ਜਿਹੀ ਗੱਲ ਨਹੀਂ, ਤੁਹਾਡਾ ਛੋਟਾ ਵੀਰ ਜਾਂ ਵੱਡਾ ਵੀਰ ਲਾ ਲਓ, ਪਰ ਸਪੋਰਟ ਜਿਹੜੀ ਹੈ ਦੋਵੇਂ ਸਾਈਡਾਂ ਤੋਂ ਚੱਲਦੀ ਹੈ। ਇੱਥੇ ਕੁਝ ਹੋਵੇ ਤੁਸੀਂ ਬਹੁਤ ਰੌਲਾ ਪਾਉਂਦੇ ਹੋ, ਹੁਣ ਉੱਥੇ ਕੁਝ ਹੋਇਆ, ਸਾਡਾ ਫਰਜ਼ ਆ ਤੁਹਾਨੂੰ ਇਹਦੇ ਬਾਰੇ ਦੱਸਣਾ, ਬਲਕਿ ਤੁਹਾਨੂੰ ਪਤਾ ਵਾ। ਸੋ ਪਲੀਜ਼ ਇਹਦੇ 'ਤੇ ਐਕਸ਼ਨ ਲਵੋ ਸੋ ਦੈਟ ਇਹ ਬੇਅਦਬੀਆਂ ਰੁਕਣ ਔਰ ਸੁਖਾਵਾਂ ਮਾਹੌਲ ਪੰਜਾਬ ਔਰ ਸਾਡੇ ਭਾਰਤ ਔਰ ਦੇਸ਼ ਵਿਦੇਸ਼ ਵਿੱਚ ਆ ਸਕੇ। ਪਰ ਕੀ ਲੱਗਦਾ ਨਹੀਂ ਹਰਸਿਮਰਨ ਜੀ, ਜਿੱਥੇ ਤੁਸੀਂ ਦੱਸ ਰਹੇ ਹੋ ਵੀ 6.5 ਲੱਖ ਫੋਲੋਵਰ ਨੇ ਉਹਨਾਂ ਦੇ, ਤੇ ਕੀ ਲੱਗਦਾ ਨਹੀਂ 6.5 ਲੱਖ ਵਿੱਚੋਂ ਕਿੰਨੇ ਜਿਹੜੇ ਪੰਜਾਬੀ ਹੋਣਗੇ ਜਿਹੜੇ ਕਿ ਸਾਡੇ ਗੁਰੂ ਸਾਹਿਬ ਦੀ, ਜਿਨ੍ਹਾਂ ਨੂੰ ਬਾਣੀ ਦਾ ਪਤਾ ਹੋਊਗਾ? ਕੀ ਲੱਗਦਾ ਨਹੀਂ ਉਹਨਾਂ ਨੇ ਇੱਕ ਵਾਰੀ ਵੀ ਇਹਨਾਂ ਨੇ ਟੋਕਿਆ ਨਾ ਹੋਊਗਾ ਵੀ ਆ ਤੁਸੀਂ ਗੁਰੂ ਸਾਹਿਬ ਦੀ ਜਿਹੜੀਆਂ ਬਾਣੀ ਲਿਖੀਆਂ ਵਾ ਬੇਅਦਬੀ ਕੀਤੀ ਗਈ ਹੈ? ਚਾਹੇ ਮੈਨੂੰ ਲੱਗਦਾ ਵੀ ਜਿਹੜੀ ਮਾਡਲ ਆ ਉੱਥੋਂ ਅਮਰੀਕਾ ਦੀ, ਉਹਦੇ ਆਂਢ ਗੁਆਂਢ ਵੀ ਜਿਹੜੇ ਉਹ ਪੰਜਾਬੀ ਸਾਡੇ ਰਹਿੰਦੇ ਹੋਣਗੇ। ਕੀ ਲੱਗਦਾ ਨਹੀਂ ਵੀ ਉਹਨਾਂ ਨੂੰ ਇਸ ਚੀਜ਼ ਦਾ ਜਿਹੜੀ ਆਵਾਜ਼ ਚੁੱਕਣੀ ਚਾਹੀਦੀ ਹੈ? ਕਹਿੰਦੇ ਨਾ ਅਮਰੀਕਾ ਤੇ ਕੈਨੇਡਾ ਦੂਜਾ ਪੰਜਾਬ ਬਣ ਗਿਆ। ਬਿਲਕੁਲ ਜੀ। ਜੇ ਦੂਜਾ ਪੰਜਾਬ ਬਣਿਆ ਤਾਂ ਸਾਡੇ ਜਿਹੜੇ ਰਿਸਪੈਕਟਡ ਐਲਡਰਸ ਨੇ, ਸੀਨੀਅਰਸ ਨੇ, ਉਹ ਉੱਥੇ ਨੇ। ਉੱਥੇ ਸਾਡੇ ਪੰਜਾਬ 'ਚੋਂ ਟਰੈਕਟਰ, ਆਟੋ, ਬੱਸਾਂ ਪਹੁੰਚ ਗਈਆਂ, ਸਾਈਕਲ ਤੱਕ ਪਹੁੰਚ ਗਏ ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਵਿੱਚ। ਸਾਡੇ ਜਿਹੜੇ ਡਾਕਟਰ, ਜਿਹੜਾ ਸਾਡਾ ਬ੍ਰੇਨ ਡਰੇਨ ਦਾ ਮਤਲਬ ਕੀ ਹੈ ਕਿ ਸਾਡੇ ਭਾਰਤ ਦੇਸ਼ 'ਚ ਪੜ੍ਹਾਈ ਕੀਤੀ, ਇੰਨੇ ਵਧੀਆ ਸਟਰੋਂਗ ਦਿਮਾਗ ਬਾਹਰ ਲੈ ਗਏ, ਇੱਥੇ ਕੁਛ ਨਹੀਂ ਮਿਲਿਆ। ਉਹ ਜਿਹੜੇ ਬਾਹਰ ਗਏ, ਕੀ ਬਾਹਰ ਜਾਂਦਿਆਂ ਉਹ ਗੋਰੇ ਬਣ ਗਏ? ਉਹਨਾਂ ਦੇ ਜ਼ਮੀਰ ਮਰ ਗਏ? ਉਹਨਾਂ ਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਈਆਂ? ਮੈਂ ਤਾਂ ਇੱਕ ਗੱਲ ਕਹਾਂਗਾ, ਇਕੱਲਾ ਇਸ ਲੜਕੀ ਨੇ ਬੇਅਦਬੀ ਨਹੀਂ ਕੀਤੀ, ਇਹ ਪੰਜਾਬੀ ਦਾ ਟੈਟੂ ਜਿਹਨੇ ਲਿਖਿਆ ਉਹਨੇ ਬੇਅਦਬੀ ਕੀਤੀ ਹੈ। ਜਿਹਨੇ ਇਹ ਬੇਅਦਬੀ ਵੇਖੀ ਹੈ ਉਹ ਬੇਅਦਬੀ 'ਚ ਸ਼ਾਮਲ ਹੈ। ਜਿਹੜੇ ਟੈਟੂ ਬਣਾ ਰਹੇ ਨੇ, ਜਿਨ੍ਹਾਂ ਨੇ ਵੇਖੀ ਹੈ ਆਂਢ ਗੁਆਂਢ ਲੋਕਾਂ ਨੂੰ, ਉਹਨਾਂ ਨੂੰ ਇਹਦੇ 'ਤੇ ਓਬਜੈਕਸ਼ਨ ਕਰਨੀ ਚਾਹੀਦੀ ਹੈ। ਔਰ ਗੁਰੂ ਗ੍ਰੰਥ ਸਾਹਿਬ ਦੀ ਸੈਂਟਿਟੀ ਜਿਹੜੀ ਹੈ ਉਹਨੂੰ ਮੇਨਟੇਨ ਕਰਨ ਵਾਸਤੇ ਲਾਅ ਸਖਤ ਆਉਣਾ ਬਹੁਤ ਜ਼ਰੂਰੀ ਹੈ। ਜਥੇਬੰਦੀਆਂ ਦਾ ਆਪਸ 'ਚ ਤਕਰਾਰ ਉਹ ਖਤਮ ਕਰਨਾ ਪਊਗਾ ਜੇ ਅਸੀਂ ਕਿਸੇ ਵੀ ਧਰਮ ਦੀ ਬੇਅਦਬੀ ਰੋਕਣੀ ਹੈ। ਗੱਲ ਕਰੀਏ ਹਰਸਿਮਰਨ ਜੀ, ਕਹਿੰਦੇ ਵੀ ਪੰਜਾਬ ਨਾਲੋਂ ਜ਼ਿਆਦਾ ਜਿਹੜਾ ਵਿਦੇਸ਼ਾਂ ਵਿੱਚ ਜਿਹੜਾ ਕਾਨੂੰਨ ਬਹੁਤ ਸਖਤ ਆ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਵਾ, ਪਰ ਜੇਕਰ ਸਾਡੇ ਧਰਮ ਦੀ ਗੱਲ ਕਰੀਏ, ਹੁਣ ਸਿੱਖ ਧਰਮ ਦਾ ਇਸ ਤਰ੍ਹਾਂ ਜਿਹੜਾ ਮੁੱਦਾ ਸਾਡੇ ਪੰਜਾਬ ਤੱਕ ਹਵਾ ਆ ਗਈ ਆ ਅਮਰੀਕਾ ਤੋਂ, ਅਤੇ ਉੱਥੇ ਅਮਰੀਕਾ ਕੈਨੇਡਾ ਤੱਕ ਵੀ ਪਹੁੰਚੀ ਹੋਊਗੀ। ਉੱਥੋਂ ਦੇ ਲੋਕਾਂ ਨੇ ਜਾਂ ਉੱਥੋਂ ਦੇ ਕਾਨੂੰਨ ਕਹਿੰਦੇ ਬਹੁਤ ਸਖਤ ਆ। ਕਿਉਂ ਨਹੀਂ ਹਜੇ ਤੱਕ ਇਸ ਜਿਹੜੀ ਆ ਮਾਡਲ 'ਤੇ ਕਾਰਵਾਈ ਕਿਉਂ ਨਹੀਂ ਹੋਈ? ਪਰਚਾ ਦਰਜ ਕਿਉਂ ਨਹੀਂ ਆ? ਜਾਂ ਹੋਰ ਜਿਹੜੀਆਂ ਧਾਰਾਵਾਂ 'ਤੇ ਚਾਹੀਦੇ ਕਹਿੰਦੇ ਕਾਨੂੰਨ ਬਹੁਤ ਸਖਤ ਰੱਖਿਆ ਜਾਂਦਾ ਵਾ, ਕੀ ਕਹਿਣਾ ਚਾਹੋਗੇ? ਮੈਂ ਅਜੀਤ ਭਾਈ ਦੱਸਣਾ ਚਾਹੁੰਦਾ ਕਿ ਐਜ਼ ਅ ਐਡਵੋਕੇਟ ਬਾਹਰ ਕੀ ਲਾਅ, ਮੇਰੇ ਦੋਸਤ ਕੁਝ ਪ੍ਰੈਕਟਿਸ ਕਰਦੇ ਨੇ ਅਮਰੀਕਾ ਕੈਨੇਡਾ ਦੇ ਵਿੱਚ, ਔਰ ਉਹ ਮੈਨੂੰ ਦੱਸਦੇ ਨੇ ਕਿ ਉੱਥੇ ਦੋ ਚੀਜ਼ਾਂ ਉਹ ਪੁੱਛਦੇ। ਪਹਿਲੀ ਗੱਲ ਕੀ ਹੈ, ਤੁਸੀਂ ਕੀਤਾ? ਜੇ ਤੁਸੀਂ ਕਹਿੰਦੇ ਹੋ ਤੁਸੀਂ ਨਹੀਂ ਕੀਤਾ, ਫਿਰ ਟਰਾਇਲ ਚੱਲਦਾ, ਕੇਸ ਚੱਲਦਾ ਜਿਹਨੂੰ ਅਸੀਂ ਕਹਿੰਦੇ ਹਾਂ। ਜੇ ਕੇਸ ਦੇ ਵਿੱਚ ਤੁਸੀਂ ਦੋਸ਼ੀ ਪਾਏ ਜਾਂਦੇ ਹੋ ਤੇ ਫਿਰ ਉਹ ਸਜ਼ਾ ਹੁੰਦੀ 200 ਸਾਲ। ਜੇ ਤੁਸੀਂ ਮੰਨ ਲੈਂਦੇ ਹੋ ਪਹਿਲੀ ਸੱਟੇ ਕਿ ਹਾਂਜੀ ਮੇਰੇ ਕੋਲ ਗਲਤੀ ਹੋ ਗਈ, ਇਨਸਾਨ ਨਾਲ ਗਲਤੀ ਹੋ ਸਕਦੀ ਹੈ, ਫਿਰ ਤੁਹਾਨੂੰ ਲੀਨੀਅਰਡ ਵਿਊ ਲੈਂਦੇ ਆ, ਪਰ ਫਿਰ ਵੀ ਉਹਨਾਂ ਦਾ ਟਰਾਇਲ ਮੁੱਕਦਾ 1 ਹਫ਼ਤੇ 'ਚ। ਜਿੱਥੇ 1 ਹਫ਼ਤੇ 'ਚ ਟਰਾਇਲ ਮੁੱਕਦਾ ਹੋਵੇ, ਜਿੱਥੇ ਲਾਅ ਦਾ ਇੰਨਾ ਡਰ ਹੋਵੇ ਕਿ ਲੋਕੀ ਫੜਦੇ ਸਾਰ ਕਹਿੰਦੇ ਹਾਂਜੀ ਮੇਰੇ ਕੋਲ ਇਹ ਗੁਨਾਹ ਹੋਇਆ, ਉਹਲੀਆਂ ਕੰਟਰੀਜ਼ ਦੇ ਵਿੱਚ ਸਿੱਖ ਧਰਮ ਦੀ ਬੇਅਦਬੀ ਹੋਣੀ। ਔਰ ਜਿੱਥੇ ਮੈਂ ਕਹਿਣਾ ਚਾਹਾਂਗਾ ਕਿ ਉਹਲੇ ਝੰਡੇ ਉਹਨਾਂ ਨੇ ਚੁੱਕੇ ਹੋਏ ਆ, ਜਿਹੜਾ ਉਹ ਸੋਚਦੇ ਆ ਕਿ ਅਸੀਂ ਉਹੋ ਜਿਹਾ ਦੇਸ਼ ਆਬਾਦ ਕਰਨਾ, ਪਰ ਉਹ ਲੋਕ ਬੇਅਦਬੀ 'ਤੇ ਕਿਉਂ ਚੁੱਪ ਨੇ? ਸਿਰਫ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਨਹੀਂ ਹੈ ਮਿੱਤਰੋ ਕਿ ਤੁਸੀਂ ਕੁਝ ਵੀ ਬੋਲਣਾ, ਕਿਸੇ ਨੂੰ ਵੀ ਭੁੰਜੇ ਲਾ ਦੇਣਾ, ਕਿਸੇ ਨੂੰ ਵੀ ਹਵਾ 'ਚ ਚੁੱਕ ਲੈਣਾ। ਤੁਹਾਨੂੰ ਆਵਾਜ਼ ਜਿਹੜੀ ਉਠਾਉਣੀ ਪਏਗੀ, ਲੀਗਲ ਤਰੀਕੇ ਨਾਲ ਅਪਣਾਉਣੀ ਪਏਗੀ। ਉੱਥੇ ਬਹੁਤ ਸਖਤ ਕਾਨੂੰਨ ਨੇ। ਜੇ ਸਾਡੇ ਇੱਥੇ ਅੱਜ ਵੇਖੋ, ਤੁਹਾਨੂੰ ਮੈਂ ਦੱਸਣਾ, ਜਿਹੜਾ ਵਿਵੇਕ ਬਿੰਦਰਾ ਤੇ ਅੱਜ ਊਚ ਨੀਚ ਦਾ ਦੌਰ ਛੱਡ ਕੇ ਉਹਦੇ 'ਤੇ ਪਰਚਾ ਦਰਜ ਹੋਇਆ। ਆਮ ਬੰਦੇ ਨੇ ਕੀਤੀ ਹੁੰਦੀ ਤੇ ਉਹਦੇ 'ਤੇ ਹੋਣਾ ਸੀ। ਉਹ ਬਹੁਤ ਤਗੜਾ ਬੰਦਾ ਸੀ, ਸੁਣਿਆ ਮੈਂ, ਅਸੀਂ ਉਹਨੂੰ ਜਾਣਦੇ ਨਹੀਂ ਹਾਂ, ਉਹਦੇ 'ਤੇ ਵੀ ਪਰਚਾ ਦਰਜ ਹੋਇਆ। ਇਹਦਾ ਮਤਲਬ ਸਾਡੇ ਪੰਜਾਬ, ਸਾਡੇ ਭਾਰਤ ਦਾ ਕਾਨੂੰਨ ਬਾਹਰ ਦੇ ਕਾਨੂੰਨਾਂ ਤੋਂ ਵਧੀਆ ਹੋ ਗਿਆ। ਇੱਥੇ ਬੇਅਦਬੀ ਦੇ ਉੱਤੇ ਕਿਉਂਕਿ ਬਹੁਤ ਜ਼ਿਆਦਾ ਵੱਧ ਗਿਆ। ਪਰਟੀਕੂਲਰਲੀ ਵੀ ਮੈਂ ਕਹਿਣਾ ਚਾਹੁੰਦਾ ਕਿ ਸਿੱਖ ਧਰਮ ਨੂੰ ਜ਼ਿਆਦਾ ਇਹਦੇ 'ਤੇ ਅਟੈਕ ਕੀਤਾ ਜਾ ਰਿਹਾ। ਆਈ ਡੋਂਟ ਨੋ ਰੀਜ਼ਨ ਕੀ ਹੈ। ਹੋਣਾ ਨਹੀਂ ਚਾਹੀਦਾ। ਸਭ ਧਰਮ ਜਿਹੜੇ ਨੇ ਸਮਰੱਥ ਨੇ, ਸੁਪਰੀਮ ਨੇ। ਕਿਸੇ ਵੀ ਧਰਮ ਦੀ ਉਨੀ ਹੀ ਰਿਸਪੈਕਟ ਹੈ ਜਿਵੇਂ ਸਾਡੇ ਹਰਿਮੰਦਰ ਸਾਹਿਬ 'ਚ 4 ਦਰਵਾਜ਼ੇ ਨੇ। ਪਰ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਕੀ ਇਹ ਅਰਜੀਤ ਜੀ ਕਾਨੂੰਨ ਆਪਣਾ ਰੀਕੋਰਸ ਪਤਾ ਕਦੋਂ ਲੈਂਦਾ? ਜਦੋਂ ਕੋਈ ਸ਼ਿਕਾਇਤ ਕਰੇ। ਸੁਪਰੀਮ ਕੋਰਟ ਕੋਲ ਇੱਕ ਪਾਵਰ ਆ ਸੂ ਮੋਟੋ, ਉਹਨਾਂ ਨੂੰ ਕੁਝ ਵੀ ਲੱਗੇ ਕਿ ਪੰਜਾਬ ਦੇ ਪਾਣੀਆਂ ਨਾਲ ਹੋਣ ਲੱਗਾ, ਉਹ ਆਪ ਇੱਕ ਪਟੀਸ਼ਨ ਪਵਾ ਕੇ ਆਪ ਉਹਨੂੰ ਸਟੇ ਕਰ ਸਕਦੇ ਆ। ਪਰ ਜਦੋਂ ਲੋਅਰ ਲੈਵਲ 'ਤੇ ਫੈਂਸ ਜਿਨ੍ਹਾਂ ਦੀ 2-2 3-3 ਸਾਲ ਸਜ਼ਾ ਵਾ, ਉਹਦੇ ਵਿੱਚ ਮਦਈ ਹੋਣਾ ਜ਼ਰੂਰੀ ਹੈ। ਅਤੇ ਮਦਈ ਤੇ ਸਾਰੇ ਬਣੋ ਯਾਰ, ਕਿਸੇ ਵੀ ਧਰਮ ਲਈ। ਹਰਸਿਮਰਨ ਸਿੰਘ ਕਿਸੇ ਵੀ ਧਰਮ ਦੀ ਬੇਅਦਬੀ ਜੇ ਵੈਸੇ ਤਾਂ ਅਰਦਾਸ ਕਰਦੇ ਆ ਨਾ ਹੋਵੇ, ਜੇ ਹੋਵੇਗੀ ਤਾਂ ਉਹਦੀ ਆਵਾਜ਼ ਜਿਹੜੀ ਹੈ ਆਪਣੀ ਟੀਮ ਦੇ ਨਾਲ ਬੁਲੰਦ ਕਰੇਗਾ।
ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਹਰਸਿਮਰਤ ਜਿਹੜੇ ਕਿ ਵਕੀਲ ਨੇ, ਐਡਵੋਕੇਟ ਨੇ। ਤੁਸੀਂ ਦੇਖਿਆ ਵੀ ਉਹਨਾਂ ਨੇ ਜਿਹੜੀ ਕਿ ਬੇਅਦਬੀ ਕੀਤੀ ਹੈ, ਜਿਹੜੀ ਇੱਕ ਮਾਡਲ ਨੇ ਅਮਰੀਕਾ ਦੀ ਨੇ, ਉਸ ਨੂੰ ਲੈ ਕੇ ਉਹਨਾਂ ਨੇ ਅੱਜ ਬਹੁਤ ਤਾੜਨਾ ਦਿੱਤੀ ਇਹਨੂੰ, ਅਤੇ ਖਾਸ ਕਰਕੇ ਜਿਹੜੇ ਸਾਡੇ ਪੰਜਾਬੀ ਨੇ ਜਿਹੜੇ ਰਹਿੰਦੇ ਨੇ ਅਮਰੀਕਾ ਵਿੱਚ, ਉਹਨਾਂ ਨੂੰ ਕਿਹਾ ਗਿਆ ਵੀ ਇਸ 'ਤੇ ਜਿਹੜੀ ਹੈ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਸਿੱਖ ਧਰਮ ਨਾਲ ਲੱਗਦਾ ਵੀ ਜਿਹੜੀ ਰਿਲੇਟਡ ਜਿਹੜੀ ਹੈ ਮਾਡਲ ਹੈਗੀ ਆ। ਅਤੇ ਖਾਸ ਕਰਕੇ ਜਿਹੜਾ ਕਿਹਾ ਕਿ 295 ਇਹ ਜਿਹੜੀ ਇੱਕ ਪਰਚਾ ਦਰਜ ਕੀਤਾ ਜਾਂਦਾ ਵਾ, ਧਾਰਮਿਕ ਜਿਹੜੇ ਆ ਛੇੜਛਾੜ ਕੀਤਾ ਜਾਂਦਾ ਕਿਸੇ ਆਗੂ ਉਹਨੂੰ ਲੈ ਕੇ, ਅਤੇ ਇਸ 'ਤੇ ਜਿਹੜਾ ਵਾਧਾ ਕਰਨਾ ਚਾਹੀਦਾ ਵਾ ਵੀ ਤਾਂ ਜੋ ਕਿ ਕੋਈ ਵੀ ਜਿਹੜਾ ਵਾ ਕਿਸੇ ਵੀ ਧਰਮ ਦੇ ਜਿਹੜਾ ਵਾ ਉਹ ਠੇਸ ਨਾ ਪਹੁੰਚਾ ਸਕੇ। ਮੈਨੂੰ ਦਿਓ ਇਜਾਜ਼ਤ। ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।